ਲਿਬਰਲ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਇਸ ਵਕਤ ਮੇਰੇ ਨਾਲ ਸਾਬਕਾ ਡੀਐਸਪੀ ਸੇਖੋਂ ਮੌਜੂਦ ਨੇ। ਉਹੀ ਡੀਐਸਪੀ ਨੇ ਜੋ ਲਗਾਤਾਰ ਇੱਕ ਝੰਡਾ ਚੁੱਕੀ ਫਿਰਦੇ। ਗੱਲਬਾਤ ਕਰਾਂਗੇ ਕਿ ਆਖਰਕਾਰ ਉਹ ਕਿਸ ਰੇਸ 'ਚ ਭੱਜ ਰਹੇ ਨੇ, ਉਹਨਾਂ ਦੀ ਰੇਸ ਕਿਹਦੇ ਨਾਲ ਹੈ ਤੇ ਲਗਾਤਾਰ ਪੰਜਾਬ ਦੇ ਮਸਲਿਆਂ ਨੂੰ ਬੜੀ ਗੰਭੀਰਤਾ ਦੇ ਨਾਲ ਆਪਣੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਤੇ ਵੀ ਚੱਕਦੇ ਆ ਤੇ ਨਾਲ ਦੀ ਨਾਲ ਕਿਸੇ ਸਾਬਕਾ ਮੰਤਰੀ ਦੇ ਖਿਲਾਫ ਕੋਰਟ 'ਚ ਜਾ ਕੇ ਧਰਨਾ ਵੀ ਲਾ ਲੈਂਦੇ। ਗੱਲਬਾਤ ਕਰ ਲਾਂਗੇ। ਸੇਖੋਂ ਸਾਹਿਬ, ਪਹਿਲਾ ਸਵਾਲ ਮੇਰਾ, ਤੁਹਾਡੀ ਰੇਸ ਕਿਹਦੇ ਨਾਲ ਹੈ? ਕਿਸ ਰੇਸ 'ਚ ਤੁਸੀਂ ਭੱਜ ਰਹੇ ਹੋ? ਮੇਰੀ ਰੇਸ ਸਿਸਟਮ ਦੇ ਅਗੇਂਸਟ ਹੈ, ਜੋ ਸਿਸਟਮ ਚੱਲਿਆ ਹੋਇਆ। ਠੀਕ ਹੈ, ਇਸ ਸੰਘਰਸ਼ ਦੇ ਵਿੱਚ ਜਦੋਂ ਕੁਝ ਚੀਜ਼ਾਂ 'ਚ ਅਸੀਂ ਵਿਨ ਓਵਰ ਹੋ ਗਏ, ਮਤਲਬ ਕੁਝ ਲੋਕਾਂ ਦਾ ਮਤਲਬ ਜੇਲ੍ਹਾਂ ਵਿੱਚ ਜਾਣਾ ਜਿੱਥੋਂ ਸਟਾਰਟ ਹੋਈ ਸੀ, ਅਸੀਂ ਉੱਥੋਂ ਇੱਕ ਸਟਰੈਂਥ ਮਿਲਦੀ ਹੈ ਕਿ ਇਸ ਸਿਸਟਮ ਦੇ ਨਾਲ ਲੜਿਆ ਜਾ ਸਕਦਾ ਹੈ। ਸਿਸਟਮ ਦੇ ਸਾਰੇ ਪਾਰਟ ਜਿਹੜੇ ਹੈਗੇ ਆ ਰੋਟਨ ਹੈ, ਦਾਗੀ ਹੋ ਚੁੱਕੇ ਆ। ਠੀਕ ਹੈ, ਤਾਂ ਇਸ ਕਰਕੇ ਇਸ ਸੰਘਰਸ਼ ਨੂੰ ਉਸ ਪਾਸੇ ਡਾਇਵਰਟ ਕੀਤਾ ਕਿ ਪੰਜਾਬ ਦੇ ਜਿਹੜੇ ਹੈਗੇ ਆ ਲੋਕਾਂ ਦੇ, ਆਮ ਲੋਕਾਂ ਦੇ ਮੁੱਦੇ ਜਿਹੜੇ ਹੈਗੇ ਆ ਉਹ ਸਾਰੇ ਕਾਮਨ ਹੈ। ਮੇਰੇ ਵਰਗੇ ਬੰਦੇ ਨੇ ਜੇ ਇੱਕ ਆਵਾਜ਼ ਨੂੰ ਮਤਲਬ ਉਠਾ ਲਿਆ ਤੇ ਸੰਘਰਸ਼ ਕਰ ਲਿਆ ਤੇ ਲੋਕ ਉਠਾਉਂਦੇ ਨਹੀਂ। ਇਹੀ ਹੈ, ਹੋਰ ਕੋਈ ਫਰਕ ਨਹੀਂ ਹੈਗਾ। ਪ੍ਰੋਬਲਮ ਸਭ ਦੀਆਂ ਸਾਂਝੀਆਂ ਹੈ। ਜੇ ਮੈਨੂੰ ਕੋਈ ਟੈਲੀਫੋਨ ਹੋਇਆ ਸੀ ਤੇ ਇਹ ਜਿਹੇ ਸੈਂਕੜੇ ਟੈਲੀਫੋਨ ਲੋਕਾਂ ਨੂੰ ਗਏ ਹੋਣਗੇ ਜਿਨ੍ਹਾਂ ਨੇ ਕਿ ਇਹਨਾਂ ਚੀਜ਼ਾਂ ਨੂੰ ਮਤਲਬ ਅੰਦਰੇ ਆਪਣੇ ਡਰ ਦੇ ਨਾਲ ਜਾਂ ਕਿਸੇ ਵੀ ਆਪਣੀ ਮਜਬੂਰੀ ਨਾਲ ਬਾਹਰ ਨਹੀਂ ਲੈ ਕੇ ਆਉਂਦਾ। ਤਾਂ ਅਸੀਂ ਬਾਹਰ ਲੈ ਕੇ ਆ ਕੇ ਉਹਨੂੰ ਮਤਲਬ ਇਸ ਸਿਚੁਏਸ਼ਨ 'ਤੇ ਜੇ ਮੈਂ ਲੈ ਆਂਦਾ ਤਾਂ ਮੈਂ ਇੱਕ ਆਵਾਜ਼ ਜਿਹੜੀ ਹੈਗੀ ਲੋਕਾਂ ਤੱਕ ਪਹੁੰਚਾਉਣੀ ਚਾਹੁੰਦਾ ਕਿ ਇਹ ਕੋਈ ਬਹੁਤ ਹੀ ਟਫ ਗੇਮ ਨਹੀਂ ਹੈਗੀ। ਜੇ ਤੁਸੀਂ ਸਿਸਟਮ ਦੇ ਅਗੇਂਸਟ ਲੜਨ ਦਾ ਮਾਦਾ ਰੱਖਦੇ ਹੋ, ਜੇ ਤੁਹਾਡੀਆਂ ਜ਼ਰੂਰਤਾਂ ਥੋੜ੍ਹੀਆਂ ਹੋਣ ਔਰ ਤੁਹਾਨੂੰ ਜਿਹੜਾ ਹੈ ਸਿਸਟਮ ਤੋਂ ਬਹੁਤਾ ਕੁਝ ਚਾਹੀਦਾ ਨਾ ਹੋਵੇ, ਤਾਂ ਫਿਰ ਤੁਸੀਂ ਮਤਲਬ ਆਪਣੀ ਲੜਾਈ ਨੂੰ ਬਹੁਤ ਵਧੀਆ ਤਰੀਕੇ ਨਾਲ ਲੜ ਸਕਦੇ ਹੋ, ਜਿਹੜੀ ਕਿ ਹੱਕ ਸੱਚ ਦੀ ਹੋਣੀ ਚਾਹੀਦੀ ਹੈ। ਕਿਉਂਕਿ ਇੱਥੇ ਹਰ ਕੋਈ ਜਿਹੜਾ ਹੈਗਾ ਆਪਣੇ ਨਿੱਜ ਦੀ ਲੜਾਈ ਲੜ ਰਿਹਾ, ਭਾਵੇਂ ਉਹ ਪੋਲੀਟੀਸ਼ੀਅਨ ਹੈ, ਭਾਵੇਂ ਕੋਈ ਹੋਰ ਜਿਹੜੀ ਵੀ ਮਤਲਬ ਆਪਾਂ ਕੈਟੇਗਰੀ ਲਾ ਲਈਏ। ਜਿਹੜੇ ਜਾਗਰੂਕ ਦੇ ਤੌਰ 'ਤੇ ਵੀ ਲੋਕਾਂ ਨੂੰ ਵੇਖਿਆ ਜਾਂਦਾ, ਜਿਹੜੇ ਦਿਖਾਈ ਦੇ ਰਹੇ ਕਿ ਮਤਲਬ ਸਮਾਜ ਨੂੰ ਜਗਾਉਣ ਦਾ ਜਿਹੜਾ ਕਰ ਰਹੇ ਇੱਕ ਤਰੀਕੇ ਨਾਲ ਉਪਰਾਲੇ, ਉਹਨਾਂ ਨੂੰ ਵੀ ਜਦੋਂ ਨੇੜੇ ਹੋ ਕੇ ਵੇਖਿਆ ਤਾਂ ਉਹ ਬਿਲਕੁਲ ਇੱਕ ਬ੍ਰੈਕਟ ਵਿੱਚ ਕੰਮ ਕਰਦੇ ਆ। ਜਿੰਨਾ ਕੁ ਮਤਲਬ ਉਹਨਾਂ ਨੂੰ ਕੰਫਰਟ ਜ਼ੋਨ ਉਹਨਾਂ ਦਾ ਹੁੰਦਾ ਉਹਦੇ ਮੁਤਾਬਕ ਕੰਮ ਕਰਦੇ। ਤਾਂ ਤੁਸੀਂ ਰੇਸ ਜੇ ਪੁੱਛੀਏ ਤਾਂ ਰੇਸ ਤਾਂ ਫਿਰ ਇਹ ਸਿਸਟਮ ਦੇ ਅਗੇਂਸਟ ਹੈ। ਅਤੇ ਸਿਸਟਮ ਜਿਹੜਾ ਹੈਗਾ ਇਹਦੇ ਚਾਰੇ ਅੰਗ ਜਿਹੜੇ ਹੈਗੇ ਆ, ਮੀਡੀਆ, ਜੁਡੀਸ਼ਰੀ, ਪੋਲੀਟੀਸ਼ੀਅਨਸ ਐਂਡ ਬਿਊਰੋਕਰੇਟ, ਚਾਰੇ ਜਿਹੜੇ ਹੈਗੇ ਆ ਮਤਲਬ ਇਹਦਾ ਹਾਲਤ ਜਿਹੜੀ ਇਸ ਟਾਈਮ ਬਹੁਤ ਬੁਰੀ ਜਿਹੜੀ ਹੋ ਚੁੱਕੀ, ਜਿੰਨੀ ਵੱਧ ਤੋਂ ਬਦਤਰ ਜਿਹੜੀ ਹੈਗੀ ਹੈ। ਅਤੇ ਉਹਦੇ ਅਗੇਂਸਟ ਜਿੱਥੇ ਵੀ ਆਪਾਂ ਗੱਲ ਕਰਨੀ ਬਣਦੀ ਹੈ ਤਾਂ ਮੈਂ ਕੋਸ਼ਿਸ਼ ਕਰਦਾ। ਪਰਪਜ਼ ਇਹੀ ਹੈ ਕਿ ਜਿਹੜੇ ਆਮ ਲੋਕ ਪੰਜਾਬ ਦੇ ਹੈ ਉਹ ਵੀ ਜਾਗਣ ਅਤੇ ਇਹ ਸੰਘਰਸ਼ ਜਿਹੜਾ ਹੈਗਾ ਜਿੱਥੇ ਜਿੱਥੇ ਲੋਕ ਬੈਠੇ ਹੈ, ਉਹ ਜਿੱਥੇ ਜਿੱਥੇ ਉਹਦੀ ਪ੍ਰੋਬਲਮ ਹੈ, ਜੇ ਉਹ ਕਰ ਲੈਣਗੇ ਸ਼ੁਰੂ ਤਾਂ ਇਹ ਬਹੁਤ ਵੱਡਾ ਕਾਫਲਾ ਬਣ ਕੇ ਫਿਰ ਸਿਸਟਮ ਦੇ ਅਗੇਂਸਟ ਖੜੇ ਹੋਣਾ ਸੌਖਾ ਹੋ ਜਾਊਗਾ। ਪਰ ਸੇਖੋਂ ਸਾਹਿਬ, ਕਹਿ ਦਿੰਦੇ ਕਿ ਆਪਾਂ ਸਿਸਟਮ ਦੇ ਖਿਲਾਫ ਆ, ਜੋ ਸਿਸਟਮ ਚੱਲ ਰਿਹਾ ਉਸ ਦੇ ਅਗੇਂਸਟ ਹੈਗੇ ਆ, ਪਰ ਸਵਾਲ ਇਹ ਹੁੰਦਾ ਕਿ ਆਖਰਕਾਰ ਟੀਚਾ ਕੀ ਮਿੱਥਿਆ ਹੋਇਆ ਕਿ ਇਹ ਟੀਚਾ ਹੈਗਾ ਕਿ ਇਹ ਚੀਜ਼ ਮੈਂ ਹਾਸਲ ਕਰ ਲਈ ਤਾਂ ਮੇਰਾ ਵੀ ਟੀਚਾ ਖਤਮ ਹੋ ਜੂ, ਮੇਰੀ ਰੇਸ ਖਤਮ ਹੋ ਜੂਗੀ, ਇਹ ਚੀਜ਼ ਮੈਨੂੰ ਸਮਾਜ ਦੇ ਵਿੱਚ ਚਾਹੀਦੀ ਹੈ। ਨਹੀਂ, ਕੁਝ ਚੀਜ਼ਾਂ ਜਿਹੜੀਆਂ ਹੁੰਦੀਆਂ ਟੀਚੇ ਨਾਲ ਕੰਸਰਨ ਨਹੀਂ ਹੁੰਦੀਆਂ। ਇਹਦੇ 'ਚ ਕੋਈ ਟੀਚਾ ਨਹੀਂ ਸੀਗਾ। ਇਹਦੇ 'ਚ ਟੀਚਾ ਉਹ ਸੀਗਾ ਜਿਹੜਾ ਦਿਖਾਈ ਦੇ ਗਿਆ, ਵੇਖਣ ਨੂੰ ਲੱਗਦਾ ਵੀ ਟੀਚੇ ਦੇ ਵਿੱਚ ਜਿਹੜੇ ਬੰਦਿਆਂ ਦੇ ਅਗੇਂਸਟ ਅਸੀਂ ਸੀਗੇ ਅੱਜ ਜੇਲ੍ਹਾਂ ਦੇ ਵਿੱਚ ਹੈਗੇ, ਪਰ ਇਹ ਟੀਚਾ ਸਟਾਰਟ ਕਰਨ ਵੇਲੇ ਬੇਸ਼ੱਕ ਰਿਹਾ ਹੋਵੇ, ਅੱਜ ਨਹੀਂ ਹੈਗਾ। ਅੱਜ ਜੇ ਟੀਚਾ ਲੈ ਕੇ ਚੱਲਾਂਗੇ ਤਾਂ ਫਿਰ ਬਹੁਤ ਚੀਜ਼ਾਂ ਜਿਹੜੀਆਂ ਹੈਗੀਆਂ ਤੁਹਾਨੂੰ ਉਹ 'ਚ ਕੰਪਰੋਮਾਈਜ਼ ਕਰਨੇ ਪੈਂਦੇ ਆ। ਆਪਣੇ ਆਪ ਨੂੰ ਤੁਹਾਡੀ ਮਤਲਬ ਜਿਹੜੀ ਹੈਗੀ ਹੈ ਫਲੈਕਸੀਬਿਲਿਟੀ ਲਿਆਉਣੀ ਪੈਂਦੀ ਬਹੁਤ ਚੀਜ਼ਾਂ ਵਾਸਤੇ, ਜਦੋਂ ਤੁਸੀਂ ਕੋਈ ਚੀਜ਼ ਗੱਟ ਕਰਨੀ ਹੁੰਦੀ। ਜਦੋਂ ਤੁਹਾਡਾ ਟੀਚਾ ਨਹੀਂ ਹੁੰਦਾ ਤੇ ਸੰਘਰਸ਼ ਹੁੰਦਾ ਸਿਸਟਮ ਦੇ ਖਿਲਾਫ, ਉਹਦੇ ਵਿੱਚ ਕੋਈ ਦਿੱਕਤ ਨਹੀਂ ਹੁੰਦੀ। ਫਿਰ ਮੈਂ ਜਿੰਨਾ ਕੁ ਮੇਰਾ ਤਜਰਬਾ ਮੈਂ ਇਸ ਚੀਜ਼ ਦੇ ਵਿੱਚੋਂ ਜੋ ਦੇਖਿਆ, ਤਾਂ ਇਹ ਟੀਚਾ ਹੀ ਜਿਹੜਾ ਹੈਗਾ ਮੈਂ ਦੇਖਦਾ ਕਿ ਜਿਹੜੇ ਲੋਕ ਲੈ ਕੇ ਚੱਲਦੇ ਆ ਤਾਂ ਉਹ ਜਿਹੜੇ ਹੈਗੇ ਆ ਉਹ ਬਹੁਤ ਥਾਵਾਂ ਤੋਂ ਆਪਣੀ ਜਿਹੜਾ ਅਸਲੀ ਉਦੇਸ਼ ਆ ਉਹ ਤੋਂ ਭਟਕ ਜਾਂਦੇ ਆ। ਤਾਂ ਇਹ ਤਾਂ ਵੈਸੇ ਕਈ ਲੋਕਾਂ ਨੂੰ ਔਡ ਲੱਗੂਗੀ ਗੱਲ ਵੀ ਬਿਨਾਂ ਟੀਚੇ ਤੋਂ ਕਿਸੇ ਪਾਸੇ ਜਾਣਾ, ਪਰ ਮੈਂ ਮਤਲਬ ਸਮਝਦਾ ਕਿ ਕਿਉਂਕਿ ਅੱਜ ਜੇ ਮੈਂ ਸਿਸਟਮ ਦੇ ਖਿਲਾਫ ਰਿਹਾ ਤਾਂ ਮੇਰਾ ਟੀਚਰ ਨਹੀਂ ਸੀਗਾ। ਮੈਂ ਜਿਹੜਾ ਇੱਕ ਸੰਘਰਸ਼ ਇੱਕ ਪਰਸਨਲ ਕੀਤਾ ਸੀ ਸਟਾਰਟ, ਜਿਹੜਾ ਕਿ ਮੈਨੂੰ ਮੇਰੇ ਮਤਲਬ ਇੱਕ ਚੱਲਦੇ ਕੰਮ ਨੂੰ ਰੋਕਿਆ ਗਿਆ ਸੀ ਅਤੇ ਮੈਂ ਉਹਦੇ ਅਗੇਂਸਟ ਜਿਹੜਾ ਹੈ ਆਪਣਾ ਐਜ਼ ਏ ਰਿਬੇਲੀਅਨ ਖੜ੍ਹਾ ਹੋਇਆ। ਪਰ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਜਿਹੜਾ ਸੰਘਰਸ਼ ਜਦੋਂ ਅਸੀਂ ਜਿੱਤਣ ਦੀ ਪੋਜੀਸ਼ਨ 'ਚ ਆਏ ਜਾਂ ਦਿਖਾਈ ਦਿੱਤਾ ਗਿਆ ਕਿ ਇਹ ਲੋਕ ਜਿਹੜੇ ਸੀਗੇ ਗਲਤ ਲੋਕ ਜਿਹੜੇ ਹੈਗੇ ਸੀ, ਆਪਣੇ ਪਾਪਾਂ ਦੇ ਭਾਰ ਥੱਲੇ ਦੱਬੇ ਗਏ ਅਤੇ ਅਸੀਂ ਇਹਦਾ ਕਾਰਨ ਬਣੇ, ਤਾਂ ਉੱਥੋਂ ਮੈਂ ਸਮਝਦਾ ਕਿ ਮਤਲਬ ਜੇ ਬਿਨਾਂ ਟੀਚੇ ਤੋਂ ਕੁਝ ਚੀਜ਼ਾਂ ਨੂੰ ਅੱਗੇ ਲੈ ਕੇ ਜਾਇਆ ਜਾਵੇ ਤਾਂ ਫਿਰ ਇਹ ਜਿਹੜੇ ਹੈਗੇ ਆ ਇਹ ਸਾਰੇ ਟੀਚੇ ਹੀ ਨੇ ਜਿਹੜੇ ਚਾਰ ਜਿਹੜੇ ਮੈਂ ਤੁਹਾਨੂੰ ਨਾਮ ਲੈ ਕੇ ਰੱਖਿਆ, ਜਿਹੜੇ ਸਿਸਟਮ ਦੇ ਅੰਗ ਹੈ ਚਾਰੇ ਜਿਹੜੇ ਗਲ ਚੁੱਕੇ ਹੈ ਅਤੇ ਇਹਨਾਂ ਨੂੰ ਜਿਹੜੀ ਸਫਾਈ ਕਰਨੀ ਇਹਨੂੰ ਟੀਚਾ ਵੀ ਕਿਹਾ ਜਾ ਸਕਦਾ। ਬੜੇ ਸੇਖੋਂ ਸਾਹਿਬ, ਬੜੇ ਲੋਕਾਂ ਨੇ ਕੋਸ਼ਿਸ਼ ਕੀਤੀ, ਬਹੁਤ ਸਾਰੇ ਬੁੱਧੀਜੀਵੀ ਸਮਾਜ ਦੇ ਵਿੱਚ ਵਿਚਰਦੇ ਹੈਗੇ ਆ, ਲਗਾਤਾਰ ਆਪਣੇ ਭਾਸ਼ਣ ਅਲੱਗ-ਅਲੱਗ ਸਟੇਜਾਂ ਤੋਂ ਦਿੰਦੇ ਹੈਗੇ ਆ, ਪਰ ਕੁਛ ਬਦਲਦਾ ਨਹੀਂ ਪਿਆ। ਉਸੇ ਤਰ੍ਹਾਂ ਤਾਣਾ ਬਾਣਾ ਰੋਜ਼ ਦਿਨ ਬੇ ਦਿਨ ਖਰਾਬ ਹੁੰਦਾ ਜਾ ਰਿਹਾ। ਦੇਖੋ, ਜਿਹੜੇ ਬੰਦੇ ਮੈਂ ਪਹਿਲਾਂ ਤੁਹਾਨੂੰ ਆਪਣੀ ਗੱਲ 'ਚ ਕਿਹਾ ਕਿ ਜਿਹੜੇ ਬੰਦੇ ਬ੍ਰੈਕਟਾਂ 'ਚ ਲੜਦੇ ਆ, ਇੱਕ ਆਪਣੇ ਉਨੀ ਸਮਰੱਥਾ ਕਹਿ ਲਓ, ਇੱਕ ਡਰ ਦਾ ਫੀਅਰ ਫੈਕਟਰ ਲੈ ਲਓ, ਉਹਦੇ ਵਿੱਚ ਲੜਦੇ, ਉਸ ਤੋਂ ਬਾਹਰ ਆ ਕੇ ਨਹੀਂ ਲੜਦੇਗੇ। ਜਦੋਂ ਉਹਨਾਂ ਚੀਜ਼ਾਂ ਤੋਂ ਬਾਹਰ ਆ ਕੇ ਨਹੀਂ ਲੜਾਂਗੇ ਫਿਰ ਸਿਸਟਮ ਕਲੈਪਸ ਹੋਣ ਤੋਂ ਜਿਹੜਾ ਹੈਗਾ ਬਹੁਤ ਔਖਾ ਹੋ ਜਾਂਦਾ, ਕਿਉਂਕਿ ਸਿਸਟਮ ਬਹੁਤ ਮਜ਼ਬੂਤ ਹੈ। ਉਹੀ ਸਵਾਲ ਕਰ ਰਿਹਾ ਕਿ ਜਦੋਂ ਉਸ ਸਿਸਟਮ ਦੇ ਵਿੱਚ ਖਿਲਾਫ ਲੜਨਾ ਜਾਂਦੇ ਹੈ, ਉਸ ਜੰਗ ਨੂੰ ਦੇਖਦੇ ਹੈ, ਕੰਪਰੋਮਾਈਜ਼ ਦੀ ਚੀਜ਼ਾਂ ਹੋਣ ਲੱਗਦੀਆਂ, ਬਸ ਇੱਥੋਂ ਤੱਕ ਠੀਕ ਹੈ, ਇੰਨੀ ਕੁ ਲੜਾਈ ਠੀਕ ਹੈ, ਇੰਨਾ ਕੁ ਆਪਾਂ ਕਰ ਲਈ ਕਿ ਬਹੁਤ ਹੈ। ਇਹੀ ਕਿ ਮੇਰਾ ਪਰਪਸ ਤੁਹਾਡੀ ਗੱਲ ਟੀਚੇ ਵਾਲੀ ਦੇ ਵਿੱਚ ਇਹਦਾ ਜਵਾਬ ਐਕਚੁਅਲੀ ਦਾ ਆ ਗਿਆ ਕਿ ਉਹਨਾਂ ਦੇ ਟੀਚੇ ਹੈ। ਟੀਚੇ ਨਾਲ ਕੰਸਰਨ ਜਦੋਂ ਅਸੀਂ ਚੱਲਾਂਗੇ
ਫਿਰ ਸਾਨੂੰ ਜਮ੍ਹਾਂ ਘਟਾਓ ਦੇਖਣੇ ਪੈਣਗੇ, ਤੁਸੀਂ ਫੈਮਿਲੀਜ਼ ਦੇਖਣੀਆਂ ਪੈਣਗੀਆਂ, ਫੀਅਰ ਫੈਕਟਰ ਦੇਖਣੇ ਪੈਣਗੇ, ਆਪਣੀ ਜਾਨ ਦਾ ਦੇਖਣਾ ਪਊਗਾ। ਜਦੋਂ ਤੁਸੀਂ ਬਿਨਾਂ ਟੀਚਰ ਤੋਂ ਇੱਕ ਸੋਸ਼ਲ ਸਮਝ ਕੇ ਚੱਲਦੇ ਹੋ ਕਿ ਇਹ ਜਿਹੜੀ ਸੰਘਰਸ਼ ਹੈ ਸਾਰੇ ਪੰਜਾਬ ਦਾ, ਸਾਰਾ ਪੰਜਾਬ ਦੁਖੀ ਹੈ, ਜੇ ਅੱਜ ਸਾਨੂੰ ਮਤਲਬ ਇਸ ਸੰਘਰਸ਼ ਦੇ ਦੌਰਾਨ ਇਸ ਚੀਜ਼ ਦੀ ਜਾਗਰਤੀ ਆਈ ਹੈ, ਤੇ ਹੋਰ ਵੀ ਲੋਕ ਜਿਹੜੇ ਹੈਗੇ ਜਿਨ੍ਹਾਂ ਦੇ ਫਰਜ਼ ਬਣਦੇ ਆ, ਜਿਨ੍ਹਾਂ ਦੀਆਂ ਡਿਊਟੀਆਂ ਹੈਗੀਆਂ, ਜਿਹੜੇ ਕਿ ਮਤਲਬ ਇਹ ਕਹਿੰਦੇ ਆ ਲੋਕਾਂ ਨੂੰ ਵੀ ਅਸੀਂ ਇਹ ਕੰਮ ਕਰਦੇ ਹਾਂ, ਵੀ ਸਾਡਾ ਜਿਹੜਾ ਬੁੱਧੀਜੀਵੀ ਆ ਗਏ, ਬੜੇ ਬੜੇ ਮਤਲਬ ਸੈਮੀਨਾਰ ਹੁੰਦੇ ਆ, ਬੜੀਆਂ ਜਿਹੜੀਆਂ ਹੈਗੀਆਂ ਸਟੇਟ ਨੂੰ ਸੁਧਾਰਨ ਦੀਆਂ ਗੱਲਾਂ ਹੁੰਦੀਆਂ। ਜਿਹੜਾ ਪਿੱਛੇ ਮੈਂ ਇੱਕ ਸੈਮੀਨਾਰ ਸਟੈਂਡ ਕੀਤਾ ਸੀਗਾ ਅਟੈਂਡ, ਉਹਦੇ ਵਿੱਚ ਸੀਗਾ ਕਿ ਅਕਾਲ ਤਖਤ ਦੀ ਖੁਦ ਮੁਖਤਿਆਰੀ ਜਿਹੜੀ ਹੈਗੀ ਹੈ ਉਹ ਖੁੱਸ ਗਈ, ਉਹਦੇ ਵਾਸਤੇ ਵਿਚਾਰਾਂ ਕੀਤੀਆਂ ਜਾਣ। ਇੱਕ ਤਾਂ ਵਿਚਾਰਾਂ ਹੀ ਕਰਦੇ, ਇਸ ਤੋਂ ਗਾਹ ਨਹੀਂ ਜਾਂਦੇ। ਇੱਕ ਅਕਾਲ ਤਖਤ ਜੇ ਸਰਬ ਸੁਰ ਉੱਚ ਤੁਹਾਡੀ ਇੱਕ ਸੰਸਥਾ ਹੈ, ਤੇ ਜੇ ਉਹਦੀ ਖੁਦ ਮੁਖਤਿਆਰੀ ਜੇ ਖੁੱਸ ਗਈ ਸੀ, ਤੇ ਫਿਰ ਇਹ ਲੋਕ ਕਿੱਥੇ ਸੀ ਉਦੋਂ? ਇਹ ਲੋਕ ਇੱਥੇ ਹੀ ਹੈ ਨਾ, ਸਾਰੇ ਬਜ਼ੁਰਗ ਹੋਏ ਹੋਏ ਵੱਡੀਆਂ ਉਮਰਾਂ ਦੇ ਜਿਹੜੇ ਅੱਜ ਵਿਚਾਰ ਕਰਦੇ ਆ। ਤੇ ਅਕਾਲ ਤਖਤ ਸਾਹਿਬ ਦੀ ਜਿਹੜੀ ਖੁਦ ਮੁਖਤਿਆਰੀ ਤਾਂ ਪਿਛਲੇ ਫਿਰ 10-20 ਸਾਲਾਂ ਤੇ 25 ਸਾਲਾਂ 'ਚ ਜਦੋਂ ਦਾ ਬਾਦਲ ਫੈਮਿਲੀ ਦਾ ਗਲਬਾ ਆਇਆ, ਉਦੋਂ ਬਾਅਦ ਹੀ ਖੁਸ਼ੀ ਹੈ ਨਾ, ਉਦੋਂ ਫਿਰ ਇਹ ਲੋਕ ਕਿੱਥੇ ਸੀਗੇ? ਤਾਂ ਮੇਰੇ ਕੁਐਸਚਨ ਇਹ ਜਿਹੇ ਹੁੰਦੇ ਆ, ਕਈ ਵਾਰੀ ਬੁਰੇ ਲੱਗਦੇ ਲੋਕਾਂ ਨੂੰ, ਪਰ ਮਤਲਬ ਸਿੱਖ ਸਾਹਿਬ ਇੱਕ ਸਵਾਲ ਉਹ ਵੀ ਉੱਠਦਾ ਨਾ, ਜਦੋਂ ਤੁਸੀਂ ਸਿਸਟਮ ਦੇ ਖਿਲਾਫ ਝੰਡਾ ਚੱਕਦੇ ਹੋ, ਜੇਕਰ ਸਿਸਟਮ ਦੇ ਖਿਲਾਫ ਜ਼ਿਆਦਾ ਬੋਲ ਜਾਂਦੇ ਫਿਰ ਸਿਸਟਮ ਚੱਕ ਕੇ ਅੰਦਰ ਵੀ ਮਾਰ ਦਿੰਦਾ ਹੁੰਦਾ। ਫਿਰ ਕੀ ਪ੍ਰੋਬਲਮ ਹੈ? ਅੱਜ ਤੱਕ ਤਾਂ ਸਿਸਟਮ ਇੰਨੇ ਜੋਗਾ ਹੋਇਆ ਨਹੀਂ ਕਿ ਅੰਦਰ ਦੇ ਸਕੇ, ਔਰ ਮੈਂ ਤਾਂ ਪਿਛਲੇ 2.5 ਸਾਲਾਂ ਤੋਂ ਆਪਣੇ ਪੈਕਿੰਗ ਕੀਤੀ ਹੋਈ ਅੰਦਰ ਜਾਣ ਵਾਸਤੇ। ਇਹ ਚੀਜ਼ ਹੈ, ਮੈਂ ਤੇਰੀ ਗੱਲ ਦਾ ਪਰਪਸ ਇਹੀ ਸੀ ਕਹਿਣ ਦਾ। ਜਦੋਂ ਤੁਸੀਂ ਇਹਨਾਂ ਚੀਜ਼ਾਂ ਤੋਂ ਉੱਪਰ ਹੁੰਦੇ ਹੋ, ਤੇ ਫਿਰ ਜਾਂ ਸਿਸਟਮ ਕੋਲੈਪਸ ਹੋਊਗਾ ਜਾਂ ਤੁਸੀਂ ਕੋਲੈਪਸ ਹੋਵੋਗੇ। ਇਹ ਤਾਂ ਹੋਊਗਾ ਨਾ। ਅੱਜ ਦੀ ਡੇਟ ਤੱਕ ਮੈਂ ਸਿਸਟਮ ਦੇ ਸਾਹਮਣੇ ਖੜਾ, ਕੱਲ੍ਹ ਨੂੰ ਹੋ ਸਕਦਾ ਇਹ ਚੀਜ਼ ਨਾ ਰਹੇ, ਮੈਨੂੰ ਵੀ ਜੇਲ੍ਹ ਸੁੱਟਿਆ ਜਾ ਸਕਦਾ, ਮੈਨੂੰ ਉਸ ਤੋਂ ਵੱਧ ਵੀ ਨੁਕਸਾਨ ਕੀਤਾ ਜਾ ਸਕਦਾ, ਜ਼ਿੰਦਗੀ ਤੱਕ ਦੀ ਮਤਲਬ ਖਤਰੇ ਹੁੰਦੇ ਇਹਨਾਂ ਚੀਜ਼ਾਂ ਦੇ ਵਿੱਚ। ਤਾਂ ਇਹ ਚੀਜ਼ਾਂ ਦੇ ਤੋਂ ਤਾਂ ਫਿਰ ਅਬਾਬ ਉੱਠ ਕੇ ਹੀ ਤੁਹਾਨੂੰ ਕੁਝ ਚੀਜ਼ਾਂ ਕਰਨੀਆਂ ਪੈਂਦੀਆਂ। ਪਰ ਬਲਵਿੰਦਰ ਸਿੰਘ ਸੇਖੋਂ ਕੋਰਟ 'ਚ ਚਲੇ ਜਾਂਦੇ ਆ, ਭਾਰਤ ਭੂਸ਼ਣ ਆਸ਼ੂ ਦੇ ਖਿਲਾਫ ਮੋਰਚਾ, ਜਦੋਂ ਕਿ ਉਹਨਾਂ ਦੇ ਖਿਲਾਫ ਕਾਨੂੰਨ ਤੌਰ 'ਤੇ ਵੀ ਇੱਕ ਕਾਰਵਾਈ ਚੱਲ ਜਾਂਦੀ, ਇੱਕ ਅਲੱਗ ਤੋਂ ਜਾ ਕੇ ਧਰਨਾ ਦੇਣ ਲੱਗ ਜਾਂਦੇ ਆ, ਨਾਅਰੇਬਾਜ਼ੀ ਕਰਦੇ ਆ। ਇਹ ਲੱਗਦਾ ਨਹੀਂ ਕਿ ਕੋਰਟ ਦੇ ਵਿੱਚ ਇਹ ਚੀਜ਼ਾਂ ਕਰਨੀਆਂ ਕਿਤੇ ਨਾ ਕਿਤੇ ਸਮਾਜ ਦੇ ਵਿੱਚ ਆਪਾਂ ਕੀ ਅਨਸਖਾਵਾਂ ਮਾਹੌਲ ਵੀ ਪੈਦਾ ਕਰ ਦਿੰਦੀਆਂ ਹਨ? ਜਦੋਂ ਇੱਕ ਅਦਾਲਤ ਹੀ ਉਸਨੂੰ ਕਾਰਵਾਈ ਉਸ ਉੱਪਰ ਕਰ ਰਹੀ ਹੈ, ਤੇ ਫਿਰ ਬਲਵਿੰਦਰ ਸਿੰਘ ਸੇਖੋਂ ਆਪਣੇ ਤੌਰ 'ਤੇ ਨਾਅਰੇਬਾਜ਼ੀ ਕਰ ਰਹੇ ਨੇ। ਤੁਹਾਨੂੰ ਮੈਂ ਕਰੈਕਟ ਕਰ ਦਿਆਂ ਕਿ ਤੁਹਾਡੀ ਨੌਲੇਜ ਸ਼ਾਇਦ ਧਿਆਨ 'ਚ ਨਹੀਂ। ਉਹ ਜਿਹੜਾ ਕੇਸ ਸੀਗਾ ਉਹ ਇੱਕ ਰੇਪ ਕੇਸ ਦਾ ਬਹਿਸਾਂ ਵਾਲਾ ਸੀ, ਆਸ਼ੂ ਵਾਲਾ ਮੈਟਰ ਨਹੀਂ ਸੀਗਾ। ਉਹਦੇ ਵਿੱਚ ਕੋਰਟ ਦੀ ਇੰਟਰਵੀਨ ਹੋਣ ਨਾਲ ਹੀ ਉਹ ਕੇਸ ਰਜਿਸਟਰ ਹੋਇਆ ਸੀ। ਪੁਲਿਸ ਨੇ ਤਾਂ ਕੀਤਾ ਹੀ ਨਹੀਂ ਹੈਗਾ ਸੀ, ਉਹ ਅਸੀਂ ਪੁਲਿਸ ਦੇ ਖਿਲਾਫ ਗਏ ਸੀ, ਕੋਰਟਾਂ ਦੇ ਅਗੇਂਸਟ ਨਹੀਂ ਮੈਂ ਗਿਆ ਸੀਗਾ। ਪਰ ਹੁਣ ਮੈਂ ਕੋਰਟਾਂ ਦੇ ਅਗੇਂਸਟ ਬਹੁਤ ਚੀਜ਼ਾਂ ਦੇ ਵਿੱਚ ਜਾਂਦਾ, ਕਿਉਂਕਿ ਕੋਰਟਾਂ ਦਾ ਜਦੋਂ ਹਾਲਾਤ ਵੇਖੇ, ਨੇੜੇ ਹੋ ਕੇ ਵੇਖਿਆ, ਕੋਰਟਾਂ ਦੀ ਵਰਕਿੰਗ ਦੇਖੀ। ਹਾਲਾਂਕਿ ਮੇਰੀ ਪੁਲਿਸ ਦੀ ਨੌਕਰੀ, ਅਸੀਂ ਪਹਿਲਾਂ ਵੀ ਬਹੁਤ ਕੁਝ ਜਾਣਦੇ ਸਾਂ, ਪਰ ਬਹੁਤ ਚੀਜ਼ਾਂ ਜਿਹੜੀਆਂ ਹੈਗੀਆਂ ਨਹੀਂ ਆਈਆਂ ਜਾ ਸਕਦੀਆਂ ਜਿੰਨਾ ਚਿਰ ਤੁਸੀਂ ਇੱਕ ਕੈਦ ਵਿੱਚੋਂ, ਯੂਨੀਫਾਰਮ ਦੇ ਇੱਕ ਕੈਦ ਹੁੰਦੇ, ਤੁਸੀਂ ਇੱਕ ਡਿਸਪਲਿਨ ਫੋਰਸ ਹੋ, ਤੁਸੀਂ ਬਹੁਤ ਚੀਜ਼ਾਂ ਜਿਹੜੀਆਂ ਚਾਹੁੰਦੇ ਹੋਏ ਨਹੀਂ ਬੋਲ ਸਕਦੇ। ਉਹ ਜੇ ਟੁੱਟੀਆਂ ਹੈਗੀਆਂ ਤਾਂ ਫਿਰ ਮੈਨੂੰ ਕੁਝ ਚੀਜ਼ਾਂ ਪਤਾ ਸੀ, ਕੁਝ ਚੀਜ਼ਾਂ ਮੈਨੂੰ ਹੋਰ ਜਾਣਕਾਰੀ ਹੋਈ, ਕੁਝ ਚੀਜ਼ਾਂ ਹੋਰ ਬਦਨੋਂ ਬਦਤਰ ਹੁੰਦੀਆਂ ਜਾ ਰਹੀਆਂ। ਕੱਲ੍ਹ ਹੀ ਇੱਕ ਲੇਡੀ ਐਡਵੋਕੇਟਰ ਕੋਈ ਦਿੱਲੀ ਤੋਂ, ਸ਼ਾਇਦ ਰੇਣੂਕਾ ਚੋਪੜਾ, ਉਹਨੇ ਜੋ ਕੋਰਟਾਂ ਬਾਰੇ ਜੋ ਜਾਣਕਾਰੀ ਦੱਸੀ, ਉਹ 100 ਚੋਂ 100 ਪੈਸੇ ਸਹੀ ਦੱਸੀ ਹੈ। ਅਸੀਂ ਕੰਟੈਕਟ ਕਰਾਂਗੇ ਇਹੋ ਜਿਹੇ ਲੋਕਾਂ ਨੂੰ। ਸਾਡੀ ਹਾਈ ਕੋਰਟ ਦਾ ਜਿਹੜਾ ਹਾਲਾਤ ਹੈ ਇਸ ਟਾਈਮ ਇੰਨੇ ਕੁ ਜ਼ਿਆਦਾ ਬੁਰੇ ਹੋਏ ਆ, ਇੱਕ ਤਰ੍ਹਾਂ ਦਾ ਇੱਕ ਮਤਲਬ ਸਟੇਟ ਦੇ ਵਿੱਚ ਖਾਸ ਤੌਰ, ਵੈਸੇ ਤਾਂ ਸਾਰੇ ਆਪਣੇ ਇੰਡੀਆ ਦੇ ਵਿੱਚ ਹੀ ਬਹੁਤ ਮਾੜੀ ਹਾਲਤ ਹੈ, ਪਰ ਆਪਣੇ ਮੁਲਕ ਦੇ ਸਟੇਟ ਦੇ ਵਿੱਚ ਇੱਕ ਬਹੁਤ ਵੱਡੀ ਇੱਕ ਰਿਜ਼ੈਂਟਮੈਂਟ ਪੈਦਾ ਹੋ ਰਹੀ ਹੈ, ਜਿਹੜੇ ਕਿ ਹਾਈ ਕੋਰਟਾਂ ਦੇ ਗਲਤ ਫੈਸਲੇ ਉਹਨਾਂ ਦੇ ਖਿਲਾਫ। ਅਸੀਂ ਲੋਕ ਵਾਈਟ ਹੋਣ ਲੱਗ ਪਏ। ਬਿਲਕੁਲ ਕੁਝ ਵਕੀਲਾਂ ਨੇ ਮੇਰੇ ਖਿਲਾਫ ਇੱਕ ਰਿਟ ਵੀ ਪਾਈ ਸੀ ਵੀ ਇਹ ਜਿਹੜਾ ਜੱਜਸ ਦੇ ਖਿਲਾਫ ਜਿਹੜੇ ਹੈਗੇ ਆਪਾਂ ਸਿੱਧੀ ਅਸੀਂ ਗੱਲ ਕਰ ਰਹੇ ਹਾਂ, ਤਾਂ ਜਿਹੜੀ ਸੱਚ ਉਹਨੂੰ ਕਹਿਣਾ ਪਊਗਾ। ਜੇ ਕੋਈ ਜੱਜ ਆਪਣੀ ਡਿਊਟੀ ਸਹੀ ਨਹੀਂ ਕਰ ਰਿਹਾ, ਕਿਹੜੇ ਗਲਤ ਫੈਸਲੇ ਆਏ ਲੱਗਦੇ ਨੇ? ਇੱਕ ਤਾਂ ਕਲਿਆਣੀ ਵਾਲਾ ਆਇਆ ਜੀ, ਸਿੱਪੀ ਸ਼ੂਟਰ ਜਿਹੜਾ ਸੀਗਾ ਮੁੰਡਾ ਮਾਰਿਆ ਸੀਗਾ, ਉਹਨੂੰ ਸੀਬੀਆਈ ਨੇ ਕੇਸ ਦਿੱਤਾ ਸੀਗਾ, 6 ਸਾਲਾਂ ਬਾਅਦ ਚਲਾਨ ਕੀਤਾ ਸੀਗਾ। ਉਹਦੇ ਵਿੱਚ ਪਹਿਲਾਂ ਇੱਕ ਜੱਜ ਦੇ ਲੱਗੀ, ਅਨੂਪ ਚਿਤਕਾਰਾ ਹਿਮਾਚਲ ਤੋਂ ਸੀਗਾ, ਕਿਉਂਕਿ ਉਹ ਜੱਜ ਜਿਹੜੀ ਹੁਣ ਵੀ ਐਕਟਿੰਗ ਚੀਫ ਜਸਟਿਸ ਹੈ ਹਿਮਾਚਲ ਦੀ, ਤੇ ਉਹਦੇ ਕਰਕੇ ਉਸ ਜੱਜ ਨੇ ਤਾਂ ਉਹਨੂੰ ਵਾਪਸ ਕਰ ਦਿੱਤਾ। ਇੱਕ ਸਰਵੇਸ਼ਵਰ ਠਾਕਰ ਜੀ ਆ ਗਏ, ਉਹਨਾਂ ਨੇ ਉਹ ਚੱਕ ਕੇ ਜ਼ਮਾਨਤ ਲੈ ਲਈ, ਜਿਹੜੀ ਕਿ ਲਈ ਨਹੀਂ ਜਾ ਸਕਦੀ ਸੀ। ਉਸ ਤੋਂ ਬਾਅਦ ਫਿਰ ਮਜੀਠੀਆ ਦਾ ਕੇਸ ਲੈ ਲਓ ਤੁਸੀਂ, ਉਹਦੇ 'ਚ ਇੱਕ ਡਬਲ ਬੈਂਚ ਹੈਗਾ, ਉਹਨਾਂ ਨੇ ਉਹ ਇੰਨੀ ਵੱਡੀ ਐਵੀਡੈਂਸ ਜਿਹੜੀ ਪਈ ਹੈ ਉਹਦੇ ਅਗੇਂਸਟ ਮਜੀਠੀਆ, ਜਿਹੜੀ ਕਿ ਕਦੇ ਉਹ ਜ਼ਿੰਦਗੀ 'ਚ ਬਚ ਹੀ ਨਹੀਂ ਸਕਦਾ ਜੀ ਤੋਂ, ਉਹ ਸਾਹਮਣੇ ਪਈ, ਫਿਰ ਜ਼ਮਾਨਤ ਲੈ ਲਈ। ਉਸ ਤੋਂ ਪਹਿਲਾਂ ਬੇਅਦਬੀਆਂ ਦੇ ਕੇਸ ਲੈ ਲਓ। ਕਿਹੜੀ ਐਵੀਡੈਂਸ ਦੀ ਤੁਸੀਂ ਗੱਲ ਕਰ ਰਹੇ ਹੋ? ਉਹ ਐਵੀਡੈਂਸ ਦਿੱਤੀ ਹੋਈ ਹੈ, ਬਹੁਤ ਵਾਰੀ ਮੈਂ ਪਹਿਲਾਂ ਮਿਲਿਆ ਹੋਇਆ। ਉਹ 'ਚ ਜਸਟਿਸ ਅਜੀਤ ਸਿੰਘ ਬੈਂਸ ਦੀ ਰਿਪੋਰਟ ਲੱਗੀ ਹੋਈ ਹੈ। ਉਹਦੇ 'ਚ ਹਰਪ੍ਰੀਤ ਸਿੰਘ ਸਿੱਧੂ ਜਿਹੜੇ DGP ਸੀਗੇ, ਉਹਨਾਂ ਨੇ ਜੋ ਕੁਝ ਹੋਇਆ ਉਹਦੇ ਵਿੱਚ ਰਿਮਾਂਡ ਨਹੀਂ ਲਿਆ ਗਿਆ, ਕਿਵੇਂ ਕੇਸ ਨੂੰ ਮਤਲਬ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਸਿਟੀ ਦੇ ਚੀਫ ਸੀ ਹਰਪ੍ਰੀਤ ਸਿੰਘ ਸਿੱਧੂ, ਹਾਂ, ਉਹਨਾਂ ਦੀ ਰਿਪੋਰਟ ਲੱਗੀ ਹੋਈ ਹੈ। ਉਹ ਤਾਂ ਉਹ ਜਿਹੜੀ ਤੁਸੀਂ ਤੁਹਾਡੇ ਧਿਆਨ 'ਚ ਹੋਊਗੀ, ਉਹ ਡਰੱਗ ਦੀ ਹੈ, ਉਹ ਡਿਫਰੈਂਟ ਹੈਗੀ ਹੈ, ਉਹ ਡਰੱਗ ਦੇ ਸੀਗੇ। ਇਹਦੇ ਵਿੱਚ ਵੀ ਇਹਨਾਂ ਦਾ ਮਤਲਬ ਕੇਸ ਰਜਿਸਟਰ ਜਿਹੜਾ ਹੋਇਆ ਸੀ ਬਿਜਲੀ ਦੇ ਖਿਲਾਫ, ਉਹ ਉਹਨਾਂ ਦੀ ਰਿਪੋਰਟ ਤੇ ਹੀ ਹੋਇਆ ਸੀਗਾ, ਤੇ ਉਹਦੇ ਵਿੱਚ ਉਹਨੇ ਸਾਰਾ ਕੁਝ ਦੱਸਿਆ ਵੀ ਕੀ ਕੁਝ ਹੋਇਆ, ਕਿ ਬੇਨਜ਼ੀਮੀਆਂ ਕੀ ਹੋਈਆਂ। ਕੰਵਰ ਵਿਜੇ ਪ੍ਰਤਾਪ ਹੈਗੇ ਆ, ਇਹਨਾਂ ਨੇ ਗੈਂਗਸਟਰ ਦਾ ਜਿਹੜਾ ਨੈਕਸਸ ਹੈਗਾ, ਜਿਹੜਾ ਪੋਲੀਟੀਸ਼ੀਅਨਾਂ ਨਾਲ ਔਰ ਖਾਸ ਤੌਰ ਤੇ ਵਿਕਰਮਜੀਤ ਮਜੀਠੀਆ ਨਾਲ, ਉਹ ਸਾਰੇ ਦਾ ਸਾਰਾ ਉਹ ਜਿਹੜਾ ਹੈਗਾ ਉਹ ਡਿਟੇਲ ਜਿਹੜੀ ਰਿਪੋਰਟ ਆ ਉਹ ਉੱਥੇ ਲੱਗੀ ਹੋਈ ਹੈ। ਤਾਂ ਸੋ ਇੰਨਾ ਕੁਝ ਐਵੀਡੈਂਸ ਹੋਣ ਦੇ ਬਾਵਜੂਦ ਹਾਈ ਕੋਰਟ ਦੀ ਟੇਬਲ ਤੇ, ਇਸ ਦੇ ਬਾਵਜੂਦ ਵੀ ਜਿਹੜੀ ਹਾਈ ਕੋਰਟ ਨੇ ਕਿਹਦਾ ਪ੍ਰਭਾਵ ਲੱਗਦਾ ਕਿ ਮੌਜੂਦਾ ਸਰਕਾਰ ਦਾ ਜਾਂ ਪਿਛਲੀਆਂ ਸਰਕਾਰਾਂ ਦਾ ਜਾਂ ਕੇਂਦਰ 'ਚ ਬੈਠੀ ਸਰਕਾਰਾਂ ਦਾ? ਸਾਰੀਆਂ ਚੀਜ਼ਾਂ ਤੋਂ ਇਲਾਵਾ ਕਰਪਸ਼ਨ ਸਾਡੇ ਹਰ ਅੰਗ 'ਚ ਵੜ ਗਈ ਹੈ। ਤਾਂ ਕਰਪਸ਼ਨ ਵੀ ਇੱਕ ਬਹੁਤ ਵੱਡਾ ਪਾਰਟ ਹੈ। ਸੁਪਰੀਮ ਕੋਰਟ ਦੇ ਵੀ ਇੰਟਰਵੀਨ ਜਿਹੜੀ ਹੈਗੀ ਹੈ ਹੁੰਦੀ ਹੈ, ਪ੍ਰੈਸ਼ਰ ਜਿਹੜੇ ਹੈਗੇ ਆ। ਅਦਰਵਾਈਜ਼ ਜਿਹੜੇ ਹੈਗੇ ਲੋਕਲ ਜਿਹੜੇ ਹੈਗੇ ਸਰਕਾਰ ਆਪਣੀ ਜਿਹੜੀ ਪੰਜਾਬ ਸਰਕਾਰ ਹੈ, ਨੈਚੁਰਲੀ ਜਿਹੜੀ ਸਰਕਾਰ ਭਾਵੇਂ ਜਿਹੜੀ ਮਰਜ਼ੀ ਹੋਵੇ, ਭਾਵੇਂ ਕਿੰਨੀ ਕਮਜ਼ੋਰ ਹੋਵੇ, ਉਹਦਾ ਇੱਕ ਇੰਪੈਕਟ ਹੁੰਦਾ।
ਤੇ ਉਹ ਵੀ ਜਿਹੜੇ ਫੈਸਲਿਆਂ ਨੂੰ ਪ੍ਰਭਾਵਿਤ ਕਰਦਾ। ਤਾਂ ਇਸ ਕਰਕੇ ਨਾ ਜੱਜਸ ਜਿਹੜੇ ਹੈਗੇ ਆ ਆਪਣੀ ਡਿਊਟੀਜ਼ ਨੂੰ ਛੱਡ ਕੇ ਬਹੁਤ ਹੀ ਮਤਲਬ ਇੱਕ ਡਿਫਰੈਂਟ ਔਰ ਮਤਲਬ ਉਸ ਜ਼ੋਨ ਚੱਲ ਰਹੇ ਜਿੱਥੇ ਕਿ ਉਹਨਾਂ ਨੂੰ ਨਹੀਂ ਚੱਲਣਾ ਚਾਹੀਦਾ, ਠੀਕ ਹੈ। ਖਾਸ ਤੌਰ ਤੇ ਹਾਈ ਕੋਰਟ ਦੀ ਜਿਹੜੀ ਹੈਗੀ ਹੈ, ਇਹਨਾਂ ਨੂੰ ਤਾਂ ਬਹੁਤ ਜ਼ਿਆਦਾ ਆਪਣੀ ਵਰਕਿੰਗ ਵੱਲ ਧਿਆਨ ਦੇਣ ਦੀ ਲੋੜ ਹੈ। ਬਹੁਤ ਉਂਗਲਾਂ ਉੱਠ ਰਹੀਆਂ, ਬਹੁਤ ਲੋਕ ਜਿਹੜੇ ਬੋਲ ਰਹੇ ਆ। ਹੁਣੇ ਇੱਕ ਜੱਜ ਅਪੁਆਇੰਟ ਹੋਇਆ ਨਵਾਂ ਸੰਦੀਪ ਮੋਡਗਿਲ, ਅਜੇ ਕੋਈ 10-15-20 ਦਿਨ ਪਹਿਲਾਂ, ਉਹਦੇ ਸੋਸ਼ਲ ਮੀਡੀਆ ਤੇ ਉਹਦੇ ਖਿਲਾਫ ਇੱਕ ਬਹੁਤ ਵੱਡੀ ਇੱਕ ਡਿਟੇਲ ਫਿਰਦੀ ਹੈ। ਮੈਂ ਕਹਿੰਦਾ ਫੇਕ ਹੋਵੇ ਕੁਛ ਹੋਵੇ ਉਹ ਇੱਕ ਬਾਤ ਦੀ ਗੱਲ ਹੈ। ਜੇ ਉਸ ਗੱਲ ਦੇ ਵਿੱਚੋਂ 5 ਪੈਸੇ ਵੀ ਸੱਚ ਹੈ, ਐਵੇਂ ਤਾਂ ਕੁਛ ਹੁੰਦਾ ਹੀ ਨਹੀਂ ਹੈਗਾ। ਜੇ 5 ਪੈਸੇ ਵੀ ਸੱਚ ਹੈ ਤਾਂ ਉਹ ਇਹੋ ਜਿਹੇ ਜੱਜ ਜਿਹੜੇ ਹੈਗੇ ਆ ਇਹਨਾਂ ਜਿਹੜੀਆਂ ਸੀਟਾਂ ਤੇ ਬਿਠਾਉਣ ਦੇ ਕਾਬਿਲ ਹੀ ਨਹੀਂ ਹੈਗੇ। ਤੇ ਇਵੇਂ ਹੀ ਸਾਰਿਆਂ ਦਾ ਹਾਲ ਹੈਗਾ। ਕਾਲਜੀਅਮ ਸਿਸਟਮ ਲੱਗਿਆ ਹੋਇਆ। ਅੱਜ ਮੈਂ ਚੰਦਰਚੂੜ ਹੋਰਾਂ ਦਾ ਨੈਕਸਟ ਡਿਟੇਲ ਦੱਸੂਗਾ। ਉਹਨਾਂ ਨੇ ਕਾਫੀ ਚੰਗੀਆਂ ਗੱਲਾਂ ਕੀਤੀਆਂ ਹੋਈਆਂ ਵੀ ਇਸ ਤਰ੍ਹਾਂ ਕਰਕੇ, ਹਾਲਾਂਕਿ ਉਹ ਆਪ ਆਪਣੇ ਪਰਿਵਾਰ ਦੀ ਤੀਜੀ ਪੀੜ੍ਹੀ 'ਚੋਂ ਚੀਫ ਜਸਟਿਸ ਨੇ। ਇਸ ਦੇ ਬਾਵਜੂਦ ਵੀ ਉਹਨਾਂ ਨੇ ਕਿਹਾ ਵੀ ਪਿਤਾ ਪੁਰਖੀ ਸਿਸਟਮ ਨਹੀਂ ਹੋਣਾ ਚਾਹੀਦਾ। ਤਾਂ ਉਮੀਦ ਕਰਦੇ ਹਾਂ ਕਿ ਚੌਥੀ ਪੀੜ੍ਹੀ ਸ਼ਾਇਦ ਇਸ 'ਚੋਂ ਨਾ ਆਵੇ। ਪਰ ਚਾਹੀਦਾ ਕੀ ਹੈਗਾ? ਚਾਹੀਦਾ ਹੈ ਕਿ ਡਾਇਰੈਕਸ਼ਨ ਦਿੱਤੀਆਂ ਜਾਣ। ਜਿਹੜੀਆਂ ਉਹ ਕਹਿ ਰਹੇ ਆ ਕਿ ਮਤਲਬ ਜਿਹੜੀਆਂ ਥੱਲੇ ਦੀਆਂ ਕੋਰਟਸ ਹੈ ਉਹ ਇੰਡੀਪੈਂਡੈਂਟ ਕੰਮ ਨਹੀਂ ਕਰ ਰਹੀਆਂ ਬਿਕਾਜ਼ ਆਫ ਉੱਪਰਲੀ ਜੁਡੀਸ਼ਰੀ, ਠੀਕ ਹੈ। ਤੇ ਫਿਰ ਲਿਖ ਕੇ ਭੇਜਣ। ਇਹ ਇੱਕ ਲੀਡਰ ਤਾਂ ਹੈ ਨਹੀਂ ਗੇ ਉਹ ਕਿ ਉਹ ਆਪਣੇ ਲੈਕਚਰ ਦੇ ਰਹੇ ਕਿਤੇ। ਉਹਨੂੰ ਲਿਖ ਕੇ ਦੇਣਾ ਚਾਹੀਦਾ ਵੀ ਜਿਹੜੀਆਂ ਥੱਲੇ ਵਾਲੀਆਂ ਕੋਰਟ ਹੈ ਖੁੱਲ੍ਹ ਕੇ ਕੰਮ ਕਰਨ। ਜੇ ਕਿਸੇ ਤਰ੍ਹਾਂ ਦੀ ਕੋਈ ਹਾਈ ਕੋਰਟ ਵੱਲੋਂ ਜਾਂ ਕਿਸੇ ਹੋਰ ਜੱਜਸ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਮਤਲਬ ਪ੍ਰੈਸ਼ਰ ਦਿੱਤਾ ਜਾਂਦਾ ਤਾਂ ਦੱਸਣ ਚੀਫ ਜਸਟਿਸ ਨੂੰ, ਜੇ ਉਹ ਇੰਨੇ ਮਤਲਬ ਇਸ ਚੀਜ਼ ਤੇ ਸੁਹਿਰਦ ਹੈਗੇ ਤਾਂ ਸੋ ਚੀਜ਼ਾਂ ਸੁਣਨ ਨੂੰ ਤੇ ਕਹਿਣ 'ਚ ਬੜਾ ਫਰਕ ਹੁੰਦਾ। ਚੱਲ ਰਹੀਆਂ, ਸਵਾਗਤ ਕਰਦੇ ਹਾਂ ਇਸ ਗੱਲ ਦਾ। ਅੱਗੇ ਕੀ ਹੋਊਗਾ ਉਹਦੇ ਬਾਰੇ ਚੱਲਣਾ ਪਾਉਂਦੇ ਰਹਾਂਗੇ। ਪਰ ਸੇਖੋ ਸਾਹਿਬ, ਲੱਗਦਾ ਕਿ ਸੌਖਾ ਹੈਗਾ ਜਿਸ ਹਿਸਾਬ ਨਾਲ ਤੁਸੀਂ ਕਹਿ ਰਹੇ ਹੋ ਕਿ ਇਹ ਸਿਸਟਮ 'ਚ ਇੰਨੀਆਂ ਖਾਮੀਆਂ ਹੈਗੀ ਕਿ ਬਲਵਿੰਦਰ ਸਿੰਘ ਸੇਖੋ ਕੋਲ ਇੰਨੀ ਪਾਵਰ ਹੈਗੀ, ਇੰਨੀ ਸ਼ਕਤੀ ਹੈਗੀ ਕਿ ਸਿਸਟਮ ਨਾਲ ਲੜ ਜਾਵੇ? ਅਜੇ ਤੱਕ ਤਾਂ ਲੜ ਰਹੇ ਹਾਂ ਜੀ, ਅਜੇ ਤੱਕ ਤਾਂ ਚੱਲ ਰਿਹਾ ਨਾ। ਹੁਣ ਪਾਵਰ ਕਿਹੜਾ ਕੋਈ ਚੈੱਕ ਕਰਕੇ ਆਪਾਂ ਆਪਣਾ ਮੀਟਰ ਲਾ ਕੇ ਦੇਖਣਾ ਕਿੰਨੀ ਆ ਹੀ ਹੈ। ਸੰਘਰਸ਼ ਦੇ ਵਿੱਚ ਜੇ ਤੁਸੀਂ ਚੱਲ ਰਹੇ ਹੋ ਤਾਂ ਠੀਕ ਹੈ। ਮਤਲਬ ਮੈਂ ਕਹਿੰਦਾ ਮੈਂ ਤਾਂ ਜਿੱਥੋਂ ਤੱਕ ਆ ਗਿਆ, ਮੈਂ ਤਾਂ ਇਹਨੂੰ ਇੱਥੋਂ ਤੱਕ ਉਮੀਦ ਹੀ ਨਹੀਂ ਰੱਖਦਾ ਸੀਗਾ। ਮੈਂ ਤਾਂ ਬਹੁਤ ਆਪਣੇ ਜਿਹੜਾ ਤੁਸੀਂ ਆਪਾਂ ਗੱਲ ਗੋਲ ਦੀ ਕੀਤੀ ਸੀ ਉਹਨੂੰ ਪਾਸੇ ਵੀ ਛੱਡ ਦਈਏ। ਜਿਹੜੀ ਇਸ ਸੰਘਰਸ਼ ਨੂੰ ਲੈ ਕੇ ਤੁਰੇ ਸੀ, ਇੱਥੋਂ ਤੱਕ ਤਾਂ ਉਮੀਦ ਹੀ ਨਹੀਂ ਸੀ, ਇੱਥੋਂ ਤੱਕ ਆਏ ਹੋਏ ਆ। ਤਾਂ ਮੈਂ ਤਾਂ ਅੱਗੇ ਹੀ ਮਤਲਬ ਬਹੁਤ ਆਪਣੀ ਐਕਸਪੈਕਟੇਸ਼ਨ ਤੋਂ ਬਹੁਤ ਅੱਗੇ ਤੱਕ ਆ ਕੇ ਜਿਹੜਾ ਇਹਨਾਂ ਦਾ ਅਸਲੀ ਸੱਚ ਲੋਕਾਂ ਨੂੰ ਵਿਖਾਉਣਾ ਸ਼ੁਰੂ ਕੀਤਾ ਹੋਇਆ, ਜਿਹੜਾ ਅੱਜ ਦੀ ਡੇਟ ਤੱਕ ਜਿਹੜਾ ਹੈਗਾ ਚੱਲ ਰਿਹਾ। ਕੱਲ੍ਹ ਦੀ ਗਰੰਟੀ ਕੋਈ ਨਹੀਂ, ਕੱਲ੍ਹ ਦੀ ਤਾਂ ਲਾਈਫ ਦੀ ਵੀ ਕੋਈ ਗਰੰਟੀ ਨਹੀਂ। ਸੇਖੋ ਸਾਹਿਬ, ਇੱਕ ਪੰਜਾਬ ਦੇ ਵਿੱਚ ਲਗਾਤਾਰ ਮੰਗ ਉੱਠ ਰਹੀ ਹੈ, ਜੋ ਪੰਜਾਬ ਦੇ ਵਿੱਚ ਮਾਹੌਲ ਬਣ ਰਿਹਾ। ਇੱਕ ਪਾਸੇ ਤਾਂ ਪੰਜਾਬ ਦੇ ਵਿੱਚ ਕਤਲੋਗਾਰਤ ਮੱਚੀ ਹੋਈ ਤਾਂ ਮਾਹੌਲ ਹੈ ਹੀ ਹੈ, ਪਰ ਦੂਸਰੇ ਪਾਸੇ ਇੱਕ ਪਾਸੇ ਲਗਾਤਾਰ ਖਾਲਿਸਤਾਨ ਦੀ ਮੰਗ ਉੱਠ ਰਹੀ ਹੈ ਕਿ ਸਟੇਟ ਸਾਨੂੰ ਸ਼ਕਤੀਆਂ ਦੇ ਸਾਨੂੰ ਜ਼ਿਆਦਾ ਸਟੇਟ ਦੇ। ਪਹਿਲਾਂ ਅਨੰਦਪੁਰ ਦੀ ਮਤੇ ਦੀ ਗੱਲ ਕਰਨ ਲੱਗਿਆ ਸ਼੍ਰੋਮਣੀ ਅਕਾਲੀ ਦਲ, ਫਿਰ ਬੰਦੀ ਸਿੰਘਾਂ ਦੀ ਮੰਗ ਉੱਠੀ, ਉਸ ਤੋਂ ਬਾਅਦ ਹੁਣ ਖਾਲਿਸਤਾਨ ਦੀ ਮੰਗ ਉੱਠਣ ਲੱਗੀ ਕਿ ਸਾਨੂੰ ਅਲੱਗ ਤੋਂ ਸਟੇਟ ਚਾਹੀਦੀ ਹੈਗੀ ਹੈ। ਅਸੀਂ ਇਸ ਸਟੇਟ ਦੇ ਵਿੱਚ ਸੌਖੇ ਨਹੀਂ ਹਾਂ। ਅਸੀਂ ਜਿਹੜੀ ਪਰਸੋਂ ਦੀ ਕਨਵੈਨਸ਼ਨ ਦੀ ਮੈਂ ਗੱਲ ਕਰ ਰਿਹਾ, ਜਿਹੜੀ ਅਕਾਲ ਤਖਤ ਦੀ ਖੁਦ ਮੁਖਤਿਆਰੀ ਦੀ ਗੱਲ ਸੀਗੀ, ਉਹ ਇਹਨਾਂ ਚੀਜ਼ਾਂ ਨਾਲ ਰਿਲੇਟਡ ਸੀ। ਪਰ ਉੱਥੇ ਕੁਝ ਕੋਈ ਬੋਲਦੇ ਨਹੀਂ ਸੀ। ਗੋਲਮੋਲ ਜਿਹੜੀ ਹੈਗੀ ਉਹ ਸਾਰੀ ਉਹ ਚੱਲ ਰਹੀ ਸੀ, ਜਿਹੜੀ ਚਰਚਾ ਸੀਗੀ। ਉੱਥੇ ਮਾਲਵਿੰਦਰ ਮਾਲੀ ਹੋਰੀ ਸੀਗੇ, ਜਸਪਾਲ ਸਿੰਘ ਸਿੱਧੂ ਸੀਗੇ, ਗਿਆਨੀ ਕੇਵਲ ਸਿੰਘ ਸੀਗੇ। ਉਹਨਾਂ ਨੇ ਵੀ ਮਲਵੇਂ ਜ਼ੁਬਾਨ ਦੇ ਨਾਲ ਕੁਝ ਚੀਜ਼ਾਂ ਜਿਹੜੀ ਤੁਸੀਂ ਕੁਐਸਚਨ ਕਰ ਰਹੇ ਹੋ ਉਹਨਾਂ ਤੇ ਉਠਾਏ ਹੈ। ਪਰ ਉਹ ਉਸ ਤੋਂ ਵੱਧ ਨਹੀਂ ਜਾਂਦੇ। ਕੁਝ ਲੋਕ ਹੈਗੇ ਜਿਹੜੇ ਬਹੁਤ ਖੁੱਲ੍ਹ ਕੇ ਚੱਲਦੇ ਆ। ਉਹਨਾਂ 'ਚ ਕੁੱਕੀ ਗਿੱਲ ਹੈਗੇ ਆ, ਮਾਲਵਿੰਦਰ ਮਾਲੀ ਹੈਗੇ ਆ, ਜਿਹੜੇ ਬਿਲਕੁਲ ਇਹਨਾਂ 'ਚ ਜਿਹੜੇ ਓਪਨ ਕੁਐਸਚਨ ਕਰਦੇ ਆ। ਅਤੇ ਮੈਂ ਕਹਿੰਦਾ ਹੁੰਦਾ ਕਈ ਵਾਰੀ ਜਦੋਂ ਤੁਹਾਡੇ ਵਰਗੇ ਲੋਕ ਕੁਐਸਚਨ ਕਰ ਲੈਂਦੇ ਵੀ ਉਹ ਕੁਐਸਚਨ ਜਿਹੜੇ ਹੈਗੇ ਆ ਉਹ ਸਾਰੇ ਪੰਜਾਬ ਦੇ। ਜੇ ਪੰਜਾਬ ਦੇ ਤਾਂ ਸਾਡੇ ਵੀ ਹੈਗੇ। ਜਦੋਂ ਉਹਨਾਂ ਦੇ ਕੋਲ ਆਨਸਰ ਆਉਣਗੇ ਤਾਂ ਉਦੋਂ ਬਾਅਦ ਜੇ ਕੋਈ ਸਾਡੇ ਕੋਲ ਸੈਟਿਸਫੈਕਸ਼ਨਰੀ ਕੋਈ ਗੱਲ ਸਾਨੂੰ ਦਿਖਾਈ ਨਹੀਂ ਦੇਊਗੀ ਤਾਂ ਅਸੀਂ ਵੀ ਨਵੇਂ ਕੁਐਸਚਨ ਉਠਾਵਾਂਗੇ। ਜਦੋਂ ਪਹਿਲੇ ਕੁਐਸਚਨਾਂ ਦੇ ਹੀ ਆਨਸਰ ਨਹੀਂ ਹੈਗੇ ਤਾਂ ਨਵੇਂ ਕੁਐਸਚਨ ਕਰਨ ਦਾ ਫਾਇਦਾ ਕੋਈ ਨਹੀਂ। ਪਰ ਇਹ ਜੋ ਦਿਖਾਈ ਦੇ ਰਿਹਾ ਕਿ ਮਤਲਬ ਉਸੇ ਤਰ੍ਹਾਂ ਦੀ ਧਾਰਮਿਕ ਜਿਹੜੀ ਹੈਗੀ ਇੱਕ ਹੱਦਬੰਦੀ ਕਰਕੇ ਇੱਕ ਜਿਹੜੇ ਵੰਡ ਪਾ ਕੇ ਜਿਵੇਂ ਹਮੇਸ਼ਾ ਹੀ ਵੋਟਾਂ ਦੀ ਪੋਲਰਾਈਜੇਸ਼ਨ ਕੀਤੀ ਜਾਂਦੀ ਹੈ, ਉਸ ਸਿਸਟਮ ਦੇ ਵਿੱਚੋਂ ਪੰਜਾਬ ਇੱਕ ਵਾਰੀ ਫਿਰ ਗੁਜ਼ਰਨ ਦੀ ਤਿਆਰੀ ਵਿੱਚ ਹੈ। ਸੰਤਾਪ ਜਿਹੜੇ ਅਸੀਂ ਪਹਿਲਾਂ ਬੀਤਿਆਂ ਟਾਈਮਾਂ 'ਚ ਭੋਗਦੇ ਰਹੇ ਹਾਂ, ਉਹੋ ਜਿਹੇ ਹਾਲਾਤ ਇੱਕ ਵਾਰੀ ਪੰਜਾਬ ਦੀ ਸਟੇਟ ਦੇ ਬਣਦੇ ਦਿਖਾਈ ਦਿੰਦੇ ਆ। ਪਰ ਜਿਹੜੇ ਲੋਕ ਚਰਚਾ ਕਰਨ ਵਾਸਤੇ ਬੈਠਦੇ ਆ ਉਹਨਾਂ ਕੋਲ ਬਸ ਗੱਲਾਂ ਕਰਨ ਤੋਂ ਇਲਾਵਾ ਕੁਝ ਨਹੀਂ ਹੈਗਾ। ਤਾਂ ਉਹ ਗੱਲ ਜਥੇਦਾਰ ਦੀ ਵੀ ਵਿੱਚ ਡਿਸਕਸ ਹੋਈ ਸੀ, ਜਿਹੜਾ ਕਦੇ ਇਹ ਬਿਆਨ ਦੇ ਦਿੰਦਾ ਵੀ ਇੱਥੇ ਪਾਦਰੀ ਨੇ ਜਿਹੜੇ ਈਸਾਈ ਆ ਉਹ ਗਲਤ ਬੋਲ ਰਹੇ ਆ, ਕਦੇ ਉਹ ਕਹਿ ਦਿੰਦਾ ਹਿੰਦੂ ਧਰਮ ਤੋਂ ਖਤਰਾ ਹੈਗਾ ਕਿ ਇਹਨਾਂ ਨੇ ਮਤਲਬ ਜੇ ਕੋਈ ਸਿੱਖ ਵਾਲਾ ਧਰਮ ਵਾਲਿਆਂ ਨੇ ਜੇ ਕੀਤਾ ਹੁੰਦਾ ਕੋਈ ਗੱਲ ਤਾਂ ਉਹਨੂੰ ਮਤਲਬ ਹੁਣ ਤੱਕ ਜੇਲ੍ਹ ਸੁੱਟਣਾ ਹੁੰਦਾ ਸੀ। ਉਹ ਹਰਵਿੰਦਰ ਸੋਨੀ ਦੀ ਗੱਲ ਕਰਦਾ ਮੈਂ, ਉਹਦਾ ਬਿਆਨ ਆਇਆ ਸੀ, ਹੁਣ ਤੱਕ ਉਹਨੂੰ ਅਰੈਸਟ ਵੀ ਕਰ ਲਿਆ ਉਹਨਾਂ ਨੇ, ਠੀਕ ਹੈ। ਤਾਂ ਗੱਲ ਇਹ ਵੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਇਹੋ ਜਿਹੇ ਲੋਕ ਜਿਹੜੇ ਬੈਠੇ ਆ ਇਹਨਾਂ ਮਤਲਬ ਜਗ੍ਹਾ 'ਤੇ ਜੇ ਐਡੇ ਵੱਡੇ ਰੁਤਬੇ 'ਤੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੋਣਾ, ਪਰ ਬੰਦੇ ਉੱਥੇ ਉਹ ਬਿਠਾਏ ਹੋਣੇ ਜਿਹੜੇ ਕਿ ਅਪੁਆਇੰਟਡ ਹੈਗੇ। ਅਕਾਲੀ ਦਲ ਬਾਦਲ ਦਾ ਪਤਾ ਹੀ ਸਾਰਿਆਂ ਨੂੰ, ਗੱਲਬਾਤ SGPC ਤੇ ਸਾਰਾ ਹੈਗਾ, ਤੇ ਉਹ ਅਪੁਆਇੰਟ ਉਹ ਸਾਰੀ ਚੀਜ਼ਾਂ ਦੀ ਡਿਸਕਸ਼ਨ ਹੋ ਰਹੀ ਸੀ। ਤਾਂ ਉਹ ਸਾਰਾ ਕੁਝ ਜਿਹੜਾ ਹੈਗਾ ਆਉਣ ਵਾਲੇ ਸਮੇਂ 'ਚ ਜੇ ਕੋਈ ਚੇਂਜ ਹੋਊ ਤਾਂ ਹੀ ਕੁਛ ਨਾ ਕੁਛ ਹੋ ਸਕਦਾ। ਅਦਰਵਾਈਜ਼ ਜਿਹੜਾ ਹੈਗਾ ਅੱਜ ਦੀ ਡੇਟ ਵਿੱਚ ਜਿਹੜਾ ਤੁਹਾਡਾ ਕੁਐਸਚਨ ਆ ਉਹ ਬਿਲਕੁਲ ਪੰਜਾਬ ਨੂੰ ਇੱਕ ਵਾਰੀ ਫਿਰ ਦੁਬਾਰਾ ਪੁਰਾਣੇ ਹਾਲਾਤ ਜਿਹੜੇ ਹੈਗੇ ਉਹਨਾਂ ਨੂੰ ਫੇਸ ਕਰਨ ਲਈ ਸ਼ਾਇਦ ਮਜਬੂਰ ਕੀਤਾ ਜਾ ਰਿਹਾ। ਕੀ ਲੱਗਦਾ ਕਿ ਲੋੜ ਹੈਗੀ ਪੰਜਾਬ ਦੇ ਵਿੱਚ ਖਾਲਿਸਤਾਨ ਦੀ, ਅਲੱਗ ਤੋਂ ਸਟੇਟ ਦੀ ਹਿੰਦੁਸਤਾਨ ਦੇ ਵਿੱਚ? ਕਦੇ ਵੀ ਨਹੀਂ, ਕਿਉਂ ਜੀ। ਇਹ ਬਿਲਕੁਲ ਇਸ ਤੇ ਫੈਡਰਲ ਸਿਸਟਮ ਨੂੰ ਮਜ਼ਬੂਤ ਕਰਨ ਦੀ ਲੋੜ ਹੈ, ਸਟੇਟਾਂ ਨੂੰ ਤਕੜੇ ਕਰਨ ਦੀ ਲੋੜ ਹੈ। ਸਟੇਟਾਂ ਕੋਲੋਂ ਤਾਂ ਜਿਹੜੀ ਪਾਵਰ ਦਾ ਸਾਰੀਆਂ ਸੈਂਟਰ ਖਿੱਚੀ ਜਾਂਦਾ, ਇਹ ਬਿਲਕੁਲ ਗਲਤ ਹੈਗੀ ਗੱਲ। ਪਰ ਇਹਦਾ ਪਰਪਸ ਇਹ ਥੋੜ੍ਹਾ ਕੋਈ ਮਤਲਬ ਕੋਈ ਦੇਸ਼ ਅੱਡ ਹੋ ਜਾਣ। ਫੈਡਰਲ ਯੂਨੀਅਨ ਹੈ ਇੱਕ, ਇੰਡੀਆ ਇਜ਼ ਅ ਫੈਡਰਲ ਯੂਨੀਅਨ।
ਸਟੇਟਸ ਆਫ ਫੈਡਰਲ ਯੂਨੀਅਨ, ਠੀਕ ਹੈ। ਉਹ ਜਿਹੜੀ ਹੈਗੀਆਂ ਸਟੇਟਸ ਦੀਆਂ ਜੇ ਪਾਵਰਸ ਹੋਣਗੀਆਂ ਤਾਂ ਫਿਰ ਹੀ ਉਹਦੇ ਨਾਲ ਸਟਰੋਂਗ ਹੁੰਦੇ ਆ। ਇਹਨਾਂ ਨੇ ਤਾਂ ਆਏ ਦਿਨ ਹਰ ਚੀਜ਼ ਜਿਹੜੀ ਹੈਗੀ ਉਹਨਾਂ ਤੋਂ ਗ੍ਰੈਬ ਕਰਕੇ ਆਪਣੇ ਅੰਡਰ ਲੈ ਲਈ ਹੈ। GST ਵਗੈਰਾ ਆਈ ਸੀ, ਉਸ ਤੋਂ ਬਾਅਦ ਬਹੁਤ ਚੀਜ਼ਾਂ ਚੇਂਜ ਹੋ ਗਈਆਂ। ਨਿਤ ਨਵੇਂ ਦਿਨ ਕੋਈ ਨਾ ਕੋਈ ਚੀਜ਼ਾਂ ਜਿਹੜੀਆਂ ਹੈਗੀਆਂ ਨਵੀਆਂ ਕਰਕੇ ਜਿਹੜੀਆਂ ਹੈਗੀਆਂ ਇਹ ਬਿਲਕੁਲ ਜਿਹੜਾ ਸੂਬੇ ਦੀਆਂ ਪਾਵਰਾਂ ਜਿਹੜੀ ਹੈਗੀਆਂ ਉਹਨੂੰ ਘੱਟ ਕੀਤਾ ਜਾ ਰਿਹਾ। ਤਾਂ ਅਨੰਦਪੁਰ ਸਾਹਿਬ ਦਾ ਮਤਾ ਵੀ ਇਹਨਾਂ ਗੱਲਾਂ ਨੂੰ ਉਦੋਂ ਪ੍ਰੋੜਤਾ ਕਰਦਾ ਸੀਗਾ, ਤੇ ਉਹ ਗੱਲ ਵੀ ਠੀਕ ਆ। ਪਰ ਵੱਖਰੀ ਸਟੇਟ ਦੀ ਗੱਲ ਤਾਂ ਕੋਈ ਮਤਲਬ ਮੇਰਾ ਨਹੀਂ ਖਿਆਲ ਕਿ ਜਿਹੜੇ ਕੁਝ ਲੋਕ ਜਿਹੜੇ ਸਿਆਣਾ ਬੁੱਧੀਜੀਵੀ ਹੈ ਜਾਂ ਕੋਈ ਮਤਲਬ ਭਲਾ ਚਾਹੁੰਦੇ ਆ ਇਸ ਮੁਲਕ ਦਾ, ਉਹ ਇਹੋ ਜਿਹੀ ਗੱਲ ਕੋ ਕਰਦੇ ਹੋਣ। ਹਾਂ, ਫੈਡਰਲ ਸਿਸਟਮ ਦੇ ਵਿੱਚ ਜਿਹੜਾ ਸਟੇਟਾਂ ਦੀ ਜਿਹੜੀ ਵੱਧ ਖੁਦ ਮੁਖਤਿਆਰੀ ਹੈ, ਵੱਧ ਅਧਿਕਾਰ ਆ, ਉਹ ਜਿਹੜੇ ਬਹੁਤ ਜ਼ਰੂਰੀ ਹੈ। ਉਹ ਤੇ ਅਕਾਲ ਤਖਤ ਦੇ ਜਥੇਦਾਰ ਵੀ ਅੰਮ੍ਰਿਤਪਾਲ ਦੇ ਕਿਤੇ ਨਾ ਕਿਤੇ ਹੱਕ 'ਚ ਖੜੇ ਦਿਖਦੇ, ਕਈ ਦਿਨ ਬੀਤੇ ਦਿਨ ਬਿਆਨ ਵੀ ਆਏ ਤੇ ਕੇਂਦਰ ਤੋਂ ਸਿੱਧੇ ਵੀ ਹੋ ਜਾਂਦੇ ਅਕਾਲ ਤਖਤ ਦੇ ਜਥੇਦਾਰ। ਫਿਰ ਉਹਨਾਂ ਦੇ ਅੰਮ੍ਰਿਤਪਾਲ ਦੇ ਹੱਕ ਦੇ ਵਿੱਚ ਬਿਆਨ ਹੋਣੇ ਕਿਤੇ ਨਾ ਕਿਤੇ ਸਾਰੀ ਸਿੱਖ ਕੌਮ ਨੂੰ ਸੰਦੇਸ਼ ਹੋ ਜਾਂਦਾ ਹੈਗਾ ਕਿ ਆਪਾਂ ਨੂੰ ਸ਼ਾਇਦ ਖਾਲਿਸਤਾਨ ਚਾਹੀਦਾ ਜੇਕਰ ਅਕਾਲ ਤਖਤ ਦਾ ਜਥੇਦਾਰ ਅੰਮ੍ਰਿਤਪਾਲ ਦੇ ਹੱਕ 'ਚ ਬਿਆਨ ਦੇ ਰਿਹਾ। ਇੱਕ ਤਾਂ ਅਕਾਲ ਤਖਤ ਦੇ ਜਥੇਦਾਰ ਜਿਹੜੇ ਇਸ ਤਰ੍ਹਾਂ ਦੇ ਬੈਠੇ, ਇਹਨਾਂ ਨੇ ਆਪਣੀਆਂ ਵੈਲਿਊਜ਼ ਗਵਾਤੀਆਂ ਉਸ ਜਗ੍ਹਾ ਦੀਆਂ, ਠੀਕ ਹੈ। ਇਹ ਹੁਣ ਇਹਨਾਂ ਦੇ ਹੁਕਮਨਾਮੇ ਤਾਂ ਚਲੋ ਬਾਅਦ ਦੀ ਗੱਲ ਹੈ, ਇਹਨਾਂ ਦੀ ਇਸ ਤਰ੍ਹਾਂ ਦੇ ਬਿਆਨਾਂ ਨੂੰ ਪੋਲੀਟੀਕਲ ਸਿਸਟਮ ਤੋਂ ਵੱਧ ਕੁਝ ਨਹੀਂ ਲਿਆ ਜਾਂਦਾ। ਈਵਨ ਇਹਨਾਂ ਨੂੰ ਸਕ੍ਰਿਪਟ ਤਿਆਰ ਕਰਕੇ ਦਿੱਤੇ ਜਾਂਦੇ ਤੇ ਉਹਨਾਂ ਪੜ੍ਹ ਕੇ ਬੋਲਦੇ ਆ, ਉਦੋਂ ਵੱਧ ਹੁਕਮ ਨਹੀਂ। ਜਿਸ ਜਥੇਦਾਰ ਨੂੰ ਜੈਡ ਸਿਕਿਉਰਿਟੀਆਂ ਚਾਹੀਦੀਆਂ ਹੁਣ ਸੈਂਟਰ ਤੋਂ, ਉਹ ਕੀ ਸਿੱਖਾਂ ਦੇ ਬਾਰੇ ਕੋਈ ਗੱਲ ਕਰ ਲੂਗਾ। ਤੇ ਇਸ ਕਰਕੇ ਇਸ ਮਾਮਲੇ ਦੇ ਵਿੱਚ ਜਿਹੜਾ ਹੈਗਾ ਉਹਦਾ ਜਿਹੜਾ ਰੋਲ ਹਮੇਸ਼ਾ ਉਹਨਾਂ ਰਿਹਾ ਕਠਪੁਤਲੀ ਵਾਂਗੂ। ਜੇ ਬਾਦਲ ਵਾਲਿਆਂ ਨੇ ਕੋਈ ਬਿਆਨ ਉਹਨਾਂ ਦੇ ਹੱਕ 'ਚ ਜਾਣਾ ਤਾਂ ਉਹ ਦੇ ਦਊਗਾ, ਜੇ ਕੋਈ ਹੋਰ ਸੈਂਟਰ ਤੋਂ ਕੋਈ ਹੁਕਮ ਆਇਆ ਤਾਂ ਉਹ ਵਜਾ ਦਿੰਦਾ। ਤੇ ਇਸ ਕਰਕੇ ਇਹ ਜਿਹੇ ਮਤਲਬ ਜਿਹੜੇ ਹਲਕੇ ਬਿਆਨ ਹੈ ਉਹਨਾਂ ਦੀ ਹੀ ਚਰਚਾ ਹੋਈ ਸੀ ਉੱਥੇ ਬੈਠ ਕੇ, ਕੁਛ ਲੋਕਾਂ ਨੇ ਕੀਤੀ ਸੀ। ਉਹਦੀ ਵੈਲਿਊ ਨਹੀਂ ਹੁੰਦੀ, ਉਹ ਲੋਕਾਂ ਤੱਕ ਅਸਰ ਥੋੜ੍ਹਾ ਕਰਦੇ ਆ ਜਦੋਂ ਉਹ ਬੰਦਾ ਆਪਣੇ ਕੱਦ ਦੇ ਮੁਤਾਬਕ ਗੱਲ ਹੀ ਨਾ ਕਰ ਰਿਹਾ ਹੋਵੇ। ਪਰ ਉਹ ਲਗਾਤਾਰ ਅਕਾਲੀ ਦਲ ਜ਼ਿਕਰ ਕਰ ਰਿਹਾ ਕਿ RSS ਦਖਲਅੰਦਾਜ਼ੀ ਕਰ ਰਹੀ ਹੈਗੀ, RSS ਹਥਿਆਉਣਾ ਚਾਹੁੰਦੀ ਸਿਸਟਮ। ਕੀ ਤੁਹਾਨੂੰ ਲੱਗਦਾ ਕਿ ਉਹਨਾਂ ਦੇ ਬਿਆਨ 'ਚ ਵਜ਼ਨ ਹੈਗਾ, RSS ਪੰਜਾਬ ਦਾ ਸਿਸਟਮ ਹਥਿਆਉਣਾ ਚਾਹੁੰਦੀ ਹੈ? ਨਹੀਂ, ਇਹਦੇ ਉੱਤੇ ਗੱਲ ਕਰਨਾ ਜਿਹੜਾ ਹੈਗਾ ਉਹਨੇ ਕਿਸ ਵਿਆਪ ਤੋਂ ਇਹ ਕੀਤਾ ਹੋਊਗਾ, ਉਹਦਾ ਉਹ ਵਿਚਾਰ ਹੋਊਗਾ। RSS ਬੜੀ ਦੇਰ ਤੋਂ ਜਿਹੜੀ ਵਰਕਿੰਗ ਚੱਲਦੀ ਹੈ। RSS ਇੱਕ ਡਿਫਰੈਂਟ ਜਮਾਤ ਹੈ, ਉਹਦਾ ਤਰੀਕਾ ਹੋਰ ਹੈ। RSS ਨੂੰ ਤਾਂ ਸਭ ਤੋਂ ਵੱਧ ਜੇ ਆਪਣੇ ਪੰਜਾਬ ਦੇ ਵਿੱਚ ਜੇ ਕੋਈ ਮਿਲਿਆ ਪਲੇਟਫਾਰਮ ਤਾਂ ਉਹ ਬਾਦਲ ਹੈਗੇ, ਉਸ ਤੋਂ ਵੱਧ ਤਾਂ ਹੀ ਕੁਝ ਨਹੀਂ ਹੈਗਾ। ਇਸ ਕਰਕੇ ਬਾਦਲ ਫੈਮਿਲੀ ਜਦੋਂ ਦੀ ਇਹਦੇ ਤੇ ਮਤਲਬ ਹੈਗੀ ਹੈ, ਇਹਨੂੰ ਜਥੇਦਾਰ ਵਰਗੇ ਬੰਦੇ ਨੂੰ ਐਵੇਂ ਗੱਲਾਂ ਕਰਨੀਆਂ ਵੀ ਇਹ ਕਰਦਾ ਜਾਂ ਅਦਰਵਾਈਜ਼, ਤਾਂ ਬਾਦਲ ਫੈਮਿਲੀ ਨੇ ਪੂਰੇ ਦਾ ਪੂਰਾ ਜਿਹੜਾ ਆਪਣੇ ਰਜੀਮ ਦੇ ਵਿੱਚ, ਈਵਨ ਜਦੋਂ ਕੈਪਟਨ ਅਮਰਿੰਦਰ ਸਿੰਘ ਸੀਗਾ ਪਿੱਛੇ, ਉਦੋਂ ਕਿ ਉਹ ਕਾਂਗਰਸ ਦੀ ਸਰਕਾਰ ਸੀ, ਦੇਖਣ ਨੂੰ ਸਰਕਾਰ ਸੀਗੀ, ਤਾਂ ਜੋ ਚੀਜ਼ਾਂ ਹੈਗੀਆਂ ਲਾਗੂ ਚਾਹੁੰਦਾ ਸੈਂਟਰ ਕਰਨੀਆਂ, ਉਹ ਬੜੀ ਦੇਰ ਤੋਂ ਹੋ ਰਹੀਆਂ। ਤੇ ਇਹੀ ਹਾਲਾਤ ਜਿਹੜੇ ਹੈਗੇ ਆ ਹੁਣ ਜਿਹੜੀ ਇਸ ਟਾਈਮ ਪ੍ਰੈਜ਼ੈਂਟ ਗਵਰਨਮੈਂਟ ਹੈ, ਜਿਸ ਤਰ੍ਹਾਂ ਦੇ ਹਾਲਾਤ ਲਾਅ ਐਂਡ ਆਰਡਰ ਦੇ ਪੰਜਾਬ ਦੇ ਅੱਜ ਬਣੇ ਹੋਏ ਆ, ਤੇ ਉਹਦੇ ਤੇ ਕੋਈ ਕੰਟਰੋਲ ਨਹੀਂ, ਕੋਈ ਕਿਸੇ ਦੀ ਜ਼ਿੰਮੇਵਾਰੀ ਫਿਕਸ ਨਹੀਂ ਕੀਤੀ ਜਾਂਦੀ, ਠੀਕ ਹੈ। ਉੱਥੋਂ ਸਿਰਫ ਤਾਂ ਹੁੰਦਾ ਇਹ ਵੀ ਸਭ ਕੁਝ ਜਿਹੜਾ ਹੈਗਾ ਇੱਕ ਪਲੈਨਡ ਸਿਸਟਮ ਦੇ ਮੁਤਾਬਕ ਚੱਲ ਰਿਹਾ। ਪਰ ਲਗਾਤਾਰ ਸਰਕਾਰ ਕਹਿ ਰਹੀ ਅਸੀਂ ਕਾਰਵਾਈਆਂ ਕਰ ਰਹੇ ਹੈਗੇ, ਜੇਲ੍ਹਾਂ ਦੇ ਵਿੱਚੋਂ ਕਿਵੇਂ ਮੋਬਾਈਲ ਜ਼ਬਤ ਹੋ ਰਹੇ, ਜੇਲ੍ਹਾਂ ਦੇ ਵਿੱਚ ਕਾਰਵਾਈਆਂ ਹੋ ਰਹੀਆਂ, ਬੜੀਆਂ ਇਨਕੁਆਇਰੀਆਂ ਵਿਜੀਲੈਂਸ ਦੀਆਂ ਖੁਲਵਾ ਦਿੱਤੀਆਂ। ਇਹ ਸਿਸਟਮ ਕਹਿੰਦੇ ਵਾਕਈ ਬਦਲਾਅ ਆਇਆ। ਜੇ ਜੇਲ੍ਹਾਂ ਦੇ ਮੋਬਾਈਲਾਂ ਨਾਲ ਬਦਲਾਅ ਆਉਣਾ ਹੋਵੇ ਫਿਰ ਤਾਂ ਬਹੁਤ ਬਦਲਾਅ ਆਇਆ ਹੋਵੇ। ਬਦਲਾਅ ਕੀ ਆਉਣਾ ਸੀਗਾ? ਤੀਜੀ ਇਹ ਮਤਲਬ ਸਰਕਾਰ ਇਹਨਾਂ ਦੀ ਆ ਗਈ ਹੈ। ਪਹਿਲਾਂ ਉਹਨਾਂ ਨੇ ਮਜੀਠੀ ਤੋਂ ਮੈਂ ਕਹਿੰਦਾ ਉਹਨਾਂ ਨੇ ਸਟਾਰਟ ਹੋਇਆ ਡਰੱਗ ਦਾ ਧੰਦਾ, ਤੇ ਉਹਨੂੰ ਅੱਗੇ ਉਹਦੀ ਮਤਲਬ ਅੰਡਰਟੇਕਿੰਗ ਇਹਨਾਂ ਨੇ ਸੁਖਜਿੰਦਰ ਰੰਧਾਵੇ ਤੇ ਜਿਹੜਾ ਹੈਗਾ ਸੰਦੀਪ ਸੰਧੂ ਨੇ ਗਾਹ ਲਈ। 5 ਸਾਲਾਂ 'ਚ ਉਹਨਾਂ ਨੇ ਦੱਬ ਕੇ ਕੰਮ ਕੀਤਾ। ਤੇ ਹੁਣ ਜੇਲ੍ਹਾਂ ਤੋਂ ਕਿਉਂਕਿ ਚੱਲਦਾ, ਤੇ ਜੇਲ੍ਹਾਂ ਦਾ ਮੰਤਰੀ ਹਰਜੋਤ ਬੈਂਸ ਅੱਜ ਦੀ ਡੇਟ ਵਿੱਚ ਤਾਂ ਜਿਹੜਾ ਵਧਿਆ ਹੋਇਆ ਮਤਲਬ ਅੱਗੇ ਨੂੰ ਡਰੱਗ, ਅੱਗੇ ਮੈਂ ਗੱਲ ਕਰਦਾ ਉਹਨੇ ਕਈ ਵਾਰੀ ਕਿਹਾ ਵੀ ਅੱਗੇ ਤਾਂ ਕਦੇ ਲੜਕੇ ਦੇਖਦੇ ਸੀ, ਹੁਣ ਤਾਂ ਔਰਤਾਂ ਦਿਖਾਈ ਦਿੰਦੀਆਂ ਨਸ਼ੇ ਕਰਦੀਆਂ। ਔਰ ਈਵਨ ਜੇਲ੍ਹਾਂ ਦੇ ਵਿੱਚ ਜਿਹੜੀਆਂ ਹੈਗੀਆਂ ਵੀਡੀਓ ਜਿਹੜੀ ਹੈਗੀਆਂ ਬਾਹਰ ਆ ਗਈਆਂ, ਜੇਲ੍ਹਾਂ ਦੇ ਵਿੱਚ ਕੀ ਚੱਲ ਰਿਹਾ। ਪਿੱਛੇ ਜੇ ਇੱਕ ਫਿਰੋਜ਼ਪੁਰ ਤੋਂ DSP ਨੂੰ ਫੜਿਆ ਹੋਇਆ ਸੀਗਾ, ਤੇ ਹੋਰ ਜੇਲ੍ਹਾਂ ਦੇ ਵਿੱਚ ਲੋਕਾਂ ਨੂੰ ਜਿਵੇਂ ਆਰਾਮ ਦਿੱਤਾ ਜਾ ਰਿਹਾ। ਇਹ ਬੈਂਸ ਵਗੈਰਾ ਜਿਹੜੇ ਹੈਗੇ ਇਹਨਾਂ ਨੂੰ ਮਤਲਬ ਉੱਥੇ ਸ਼ਿਫਟ ਕਰਕੇ ਆਪਣੇ ਬਰਨਾਲੇ ਭੇਜਿਆ ਹੋਇਆ, ਆਸ਼ੂ ਹੋਰਾਂ ਨੂੰ ਉੱਥੇ ਭੇਜਿਆ ਹੋਇਆ, ਲੁਧਿਆਣੇ। ਸਾਰਾ ਕੁਝ ਜਿਹੜਾ ਗੋਰਖ ਧੰਦਾ ਹੈਗਾ, ਇਹ ਜਿਹੜਾ ਹੈਗਾ ਇਹਦੇ ਮਤਲਬ ਇਹਦੇ ਵਿੱਚ ਜਿਹੜਾ ਸਭ ਤੋਂ ਇਹਦਾ ਡਰਾਬੈਕ ਦੇਖਣ ਨੂੰ ਮਿਲਿਆ ਉਹ ਇਹ ਵੇਖਿਆ ਕਿ ਹਰਪ੍ਰੀਤ ਸਿੰਘ ਸਿੱਧੂ ਜੇਲ੍ਹਾਂ ਦਾ DGP ਸੀਗੇ, ਠੀਕ ਹੈ। ਉਹਨੂੰ ਵਾਪਸ ਜਾਣਾ ਪਿਆ, ਡੈਪੂਟੇਸ਼ਨ ਤੇ ਚਲਾ ਗਿਆ ਵਾਪਸ ਛੱਡ ਕੇ। ਤਾਂ ਇੱਕ ਇਹੋ ਜਿਹਾ ਆਦਮੀ ਗਵਾ ਲਿਆ ਸਟੇਟ ਨੇ ਜਿਹੜਾ ਕਿ ਇਸ ਪ੍ਰਬੰਧ ਨੂੰ ਕੁਝ ਠੀਕ ਕਰ ਸਕਦਾ ਸੀ। ਤੇ ਮੋਬਾਈਲਾਂ ਨੂੰ ਫੜ ਕੇ ਜੇ ਤੁਸੀਂ ਕਹੋ ਉਹੀ ਸਵਾਲ ਹੈ ਕਿ ਡਰੱਗ ਹੋ ਜਾਊਗਾ, ਉਹ ਪੋਸੀਬਲ। ਪਿਛਲੇ ਦਿਨ ਵੱਡੀ ਕਾਰਵਾਈ ਪੰਜਾਬ ਸਰਕਾਰ ਨੇ ਕੀਤੀ, ਬਦਲੇ ਵੱਡੇ ਪੱਧਰ ਉੱਪਰ ਅਫਸਰਾਂ ਦੇ ਤਬਾਦਲੇ ਕਰ ਦਿੱਤੇ। ਉਹਦੇ 'ਚ ਹਰਪ੍ਰੀਤ ਸਿੱਧੂ ਜਿਨ੍ਹਾਂ ਨੇ ਮੰਨਿਆ ਜਾਂਦਾ ਸੀ ਕਿ ਪੰਜਾਬ ਦੇ ਵਿੱਚ ਨਸ਼ੇ ਉੱਪਰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਦਾ ਵੀ ਤਬਾਦਲਾ ਕਰ ਦਿੱਤਾ। ਨਹੀਂ ਤਾਂ ਉਹਦੀ ਤੁਹਾਨੂੰ ਮੈਂ ਫਿਰ ਕਰੈਕਟ ਕਰ ਦਿਆਂ, ਉਹ ਤਬਾਦਲਾ ਉਹਨਾਂ ਦਾ ਨਹੀਂ ਹੋਇਆ। ਉਹਨਾਂ ਡੈਪੂਟੇਸ਼ਨ ਤੇ ਉਹ ਸੈਂਟਰ 'ਚ ਚਲੇ ਗਏ, ਆਪਣੀ ਵਿਲਿੰਗਲੀ ਗਏ ਹੈ। ਕਿਉਂਕਿ ਇੱਥੇ ਜਿਹੜੇ ਹੈਗੀ ਹੈ ਇਹ ਹਰਜੋਤ ਬੈਂਸ, ਕੁਲਤਾਰ ਸੰਧਵਾ ਤੇ ਹਰਪਾਲ ਚੀਮੇ ਦੀ ਤਿਕੜੀ ਜਿਹੜੀ ਹੈਗੀ ਹੋਰ ਵੀ ਹੋਣਗੇ। ਕਿਹਦੀ? ਹਰਪਾਲ ਚੀਮਾ, ਹਰਜੋਤ ਬੈਂਸ ਤੇ ਇੱਕ ਜਿਹੜਾ ਹੈਗਾ ਕੁਲਤਾਰ ਸੰਧਵਾ। ਇਹ ਤਿੰਨਾਂ ਦੀ ਤਾਂ ਇੱਕ ਤਿਕੜੀ ਪੂਰੀ ਹੈਗੀ ਨਾ, ਜਿਹੜੀ ਮਤਲਬ ਪੂਰੀ ਕਾਬਜ਼ ਹੈ ਸਿਸਟਮ ਦੇ ਉੱਤੇ ਜਿੰਨੀ ਕੁ ਹੈਗੀ ਹੈ। ਭਗਵੰਤ ਮਾਨ ਨੂੰ ਤਾਂ ਤੁਹਾਡੇ ਸਾਹਮਣੇ ਜਿੰਨਾ ਮੈਂ ਤਾਂ ਉਹਨੂੰ ਕਦੇ CM ਦੇ ਤੌਰ ਤੇ ਸਮਝਿਆ ਨਹੀਂ ਵੀ ਉਹ CM ਦੇ ਪਿਛਲੇ 7 ਮਹੀਨਿਆਂ 'ਚ ਉਹਨੇ ਬਤੌਰ CM ਕੋਈ ਇਹੋ ਜਿਹਾ ਫੈਸਲਾ ਲਿਆ ਹੋਵੇ ਜਿੰਨਾ ਹੁਕਮ ਮਿਲਦਾ ਪਿੱਛੋਂ। ਇਹ ਕੇਜਰੀਵਾਲ ਦਾ ਸਿਸਟਮ ਸਾਰਾ ਇੱਥੇ ਚੱਲ ਰਿਹਾ, ਤੇ ਉਹਦੀ ਇਹ ਟੀਮ ਜਿਹੜੀ ਤਿੰਨੇ ਬੰਦੇ ਜਿਹੜੇ ਹੈਗੇ ਆ ਕਮਾਊ ਪੁੱਤ ਹੈਗੇ, ਤੇ ਜੋ ਸਭ ਸਮਾਨ ਇਕੱਠਾ ਕਰਕੇ ਜਿਹੜਾ ਦਿੱਲੀ ਸਿੱਧਾ ਜਾਂਦਾ, ਉਹ 'ਚ ਭਗਵੰਤ ਮਾਨ ਨੂੰ ਵੀ ਕੋਈ ਐਡਾ ਬਹੁਤਾ ਪੁੱਛਗਿੱਛ ਨਹੀਂ ਉਹਦੀ ਹੈਗੀ। ਬਾਕੀ ਗੁਜਰਾਤ ਦੇ ਇਲੈਕਸ਼ਨ ਤੇ ਹਿਮਾਚਲ ਦੇ ਇਲੈਕਸ਼ਨਾਂ ਦਾ ਜਿਹੜਾ ਕੋਈ ਰਿਜ਼ਲਟ ਹੋਊਗਾ, ਦੇਖਦੇ ਹਾਂ
ਕਿ ਇਹ ਗੁਜਰਾਤੀ ਵੀ ਸਾਡੇ ਨੂੰ ਪੰਜਾਬੀਆਂ ਨੂੰ ਭਾਵੁਕ ਹੋ ਕੇ ਫਿਰ ਇਹਨਾਂ ਨੂੰ ਮਤਲਬ ਕਿ ਮੂੰਹ ਲਾਉਂਦੇ ਕਿ ਨਹੀਂ ਲਾਉਂਦੇ, ਪਰ ਮੇਰਾ ਖਿਆਲ ਹੈ ਕਿ ਉੱਥੋਂ ਉਹਨਾਂ ਨੂੰ ਇਹ ਉਮੀਦ ਜਿਹੜੀ ਹੈਗੀ ਹੈ ਰੱਖਣੀ ਨਹੀਂ ਚਾਹੀਦੀ ਜਿਹੜੀ ਪੰਜਾਬ 'ਚੋਂ ਹੈਗੀ ਹੈ। ਤੇ ਇਵੇਂ ਹਿਮਾਚਲ ਦਾ ਇਲੈਕਸ਼ਨ ਤੋਂ ਬਾਅਦ ਕੁਝ ਚੀਜ਼ਾਂ ਸਾਹਮਣੇ ਕਹਿੰਦੇ ਪੰਜਾਬ ਦੇ ਲੋਕਾਂ ਨੂੰ ਅਸੀਂ ਵੱਡਾ ਫਾਇਦਾ ਦੇ ਰਹੇ ਹਾਂ, ਬਹੁਤ ਸਾਰੇ ਵਾਅਦੇ ਪੂਰੇ ਕਰ ਰਹੇ ਹਾਂ, ਬਿਜਲੀ ਮੁਫਤ ਦਾ ਵਾਅਦਾ, ਪੈਨਸ਼ਨ ਸਕੀਮ ਕਰਤੀ ਲਾਗੂ, ਕਹਿੰਦੇ ਹੋਰ ਵੀ ਬਹੁਤ ਸਾਰੇ ਲਗਾਤਾਰ ਨੌਕਰੀਆਂ ਦੇ ਰਹੇ ਹਾਂ, ਪੱਕੇ ਕਰ ਰਹੇ ਮੁਲਾਜ਼ਮ ਪੰਜਾਬ ਦਾ, ਕਹਿੰਦੇ ਅਸੀਂ ਤਾਂ ਭਲਾ ਕਰ ਰਹੇ ਹਾਂ। ਇਹ ਬਿਲਕੁਲ ਉਹਦੇ ਤੇ ਐਡਵਰਟਾਈਜ਼ਮੈਂਟ ਤੇ ਹੈ ਜੀ। ਤੁਸੀਂ ਟੀਵੀ ਖੋਲੋਗੇ ਤਾਂ ਤੁਹਾਨੂੰ ਦਿਖੂਗੀ ਇੱਥੇ ਬਿਜਲੀ ਦੇ ਬਿੱਲ ਜ਼ੀਰੋ ਆਉਂਦੇ, ਲੋਕਾਂ ਦੇ ਤਾਂ ਕਦੇ ਆਏ ਨਹੀਂ। 750 ਕਰੋੜ ਦੀ ਇਹਨਾਂ ਨੇ ਸਬਸਿਡੀ ਦਿੱਤੀ ਤੇ 1200 ਕਰੋੜ ਦਾ ਕਰਜ਼ਾ ਚੱਕਿਆ ਹੋਇਆ, ਉਹਦੇ ਬਾਰੇ ਤਾਂ ਕਦੇ ਦੱਸਦੇ ਨਹੀਂ ਹੈਗੇ। ਤਾਂ ਇਸ ਕਰਕੇ ਕੁਛ ਨਹੀਂ, ਇਹ ਚੀਜ਼ਾਂ ਸਭ ਜਿਹੜੀਆਂ ਡਰਾਮੇਬਾਜ਼ੀਆਂ, ਇਹ ਐਵੇਂ ਕੱਛਾਂ 'ਚ ਹੱਥ ਦੇ ਕੇ ਸਾਡਾ ਕੰਮ ਬੋਲਦਾ ਦੇ ਬੋਰਡ ਲਾਉਣ ਨਾਲ ਪੰਜਾਬ ਦਾ ਕੁਝ ਨਹੀਂ ਹੋਇਆ। ਇੱਥੇ ਹਰ ਚੀਜ਼ ਜਿਹੜੀ ਹੈਗੀ ਹੈ ਅੱਗੇ ਨੂੰ ਬਦਤਰ ਹੋਈ ਵੀ ਹੈ। ਸਾਰੇ MLA ਜਿਹੜੇ ਹੈਗੇ ਇਹਨਾਂ ਦੇ ਕਰਪਸ਼ਨ ਤੇ ਲੱਗੇ ਹੋਏ ਆ। ਮੈਂ ਲੁਧਿਆਣੇ ਵਾਲਿਆਂ ਤੋਂ ਜਾਣਦਾ ਹੀ ਸਾਰਿਆਂ ਨੂੰ, ਠੀਕ ਹੈ। ਕੋਈ ਇੱਕ ਪਾਕ ਸਾਫ਼ ਕਹਿ ਦੇਵੇ ਫੌਜਾ ਸਿੰਘ ਸਰਾਰੀ ਨੂੰ ਕਿਉਂ ਨਹੀਂ ਕੱਢਿਆ ਇਹਨਾਂ ਨੇ, ਜਿਹੜੇ ਬਹੁਤ ਚੰਗੇ ਹੈਗੇ। ਤਾਂ ਹੋਰ 100 ਮੈਨੀ ਜਿਹੜੀਆਂ ਚੀਜ਼ਾਂ ਤੁਹਾਡੇ ਸਾਹਮਣੇ ਆਉਂਦੀਆਂ ਨੇ ਇਹਨਾਂ ਦੀ ਕਰਪਸ਼ਨ ਦੀਆਂ, ਤੇ ਕੀ ਕਾਰਵਾਈ ਕਰਦੇ ਹੈ? ਕਿਉਂ ਨਹੀਂ ਕੱਢਿਆ ਫੌਜਾ ਸਿੰਘ? ਮਤਲਬ ਇਹ ਤਾਂ ਮੇਰਾ ਵੀ ਕੁਐਸਚਨ ਹੈ ਨਾ, ਮੈਂ ਦੱਸੂਗਾ ਕਿ ਮੇਰਾ ਕੁਐਸਚਨ ਹੈ ਕਿਉਂ ਨਹੀਂ ਕੱਢਿਆ। ਇੱਕ ਬੰਦੇ ਤੇ ਕਲੀਅਰ ਹੀ ਗੱਲ ਹੋ ਗਈ ਹੈ, ਕਿਉਂ ਰੱਖਿਆ ਹੋਇਆ ਉਹਨੂੰ ਫਿਰ? ਤਾਂ ਇਹ ਸਾਰੇ ਕੁਐਸਚਨ ਇਹ ਜਿਹੜੇ ਹੈਗੇ ਆ, ਇਹ ਦੱਸਦੇ ਆ ਕਿ ਇਹਨਾਂ ਦਾ ਜਿਹੜਾ ਕੁਝ ਵੀ ਅੱਛਾ ਨਹੀਂ ਹੈਗਾ। ਤੁਸੀਂ ਰੇਤਾ ਬਜਰੀ ਤਾਂ ਮਿਲਦੀ ਨਹੀਂ ਅੱਜ ਦੀ ਡੇਟ ਵਿੱਚ, ਜਿਹੜੀ ਕਿ ਮਤਲਬ ਪਹਿਲਾਂ ਹਾਲਾਤ ਜਿਹੜੇ ਸੀ ਅੱਜ ਉਦੋਂ ਕਿਤੇ ਹੋਰ ਗਏ। ਬਾਕੀ ਸਾਰੇ ਸਿਸਟਮ ਤੇ ਤੁਸੀਂ ਨਿਗਾਹ ਤੁਸੀਂ, ਮੈਂ ਤੁਹਾਡੇ ਤੋਂ ਵੀ ਕਦੇ ਮੇਰੇ ਕੁਐਸਚਨ ਹੁੰਦੇ, ਤੁਸੀਂ ਯੰਗ ਜਰਨਲਿਸਟ ਹੈਗੇ ਹੋ, ਤੁਸੀਂ ਕੁਝ ਮੇਰੀ ਗੱਲ ਨੂੰ ਕੱਟ ਕੇ ਦੱਸ ਸਕਦੇ ਹੋ ਵੀ ਆਹ ਚੀਜ਼ ਮੈਂ ਸ਼ਾਇਦ ਗਲਤ ਕਹਿ ਰਿਹਾ ਹੋਵਾਂ, ਤਾਂ ਵੀ ਆਹ ਗੱਲਾਂ ਬਹੁਤ ਵਧੀਆ ਹੋਈਆਂ, ਤਾਂ ਉਹਦੇ ਤੇ ਵੀ ਚਰਚਾ ਕੀਤੀ ਜਾ ਸਕਦੀ। ਪਰ ਸਿੱਖ ਸਾਹਿਬ ਜਿਸ ਹਿਸਾਬ ਦੇ ਨਾਲ ਉਹ ਪਾਲਿਸੀਆਂ ਦੀ ਜ਼ਿਕਰ ਕਰ ਰਹੇ ਕਿ ਰੇਤਾ ਬਜਰੀ ਦੀ ਅਸੀਂ ਪਾਲਿਸੀ ਬਣਾ ਰਹੇ, ਸ਼ਰਾਬ ਦੀ ਪਾਲਿਸੀ ਦਾ ਉਹਨਾਂ ਨੇ ਜ਼ਿਕਰ ਕੀਤਾ, ਪੰਜਾਬ ਦੇ ਵਿੱਚ ਸਕੂਲਾਂ ਦੇ ਵਿੱਚ ਮੁਹੱਲਾ ਕਲੀਨਿਕ ਦਾ ਉਹ ਜ਼ਿਕਰ ਕਰ ਰਹੇ ਹੈਗੇ। ਹੁਣ 500 ਮੁਹੱਲਾ ਕਲੀਨਿਕ ਬਣ ਰਹੇ ਹੈਗੇ ਪੰਜਾਬ ਦੇ ਵਿੱਚ, ਕਹਿੰਦੇ ਪਹਿਲਾਂ 100 ਕਿਤੇ ਹੁਣ 500 ਕਰ ਦਾਂਗੇ ਅਸੀਂ। ਚਲੋ ਇਸ ਤੇ ਜਿੰਨੀ ਮਰਜ਼ੀ ਚਰਚਾ ਆਪਾਂ ਕਰੀਏ, ਕੁਝ ਵੀ ਨਹੀਂ ਹੈਗਾ। ਜਿਹੜੇ ਉਹਨਾਂ ਨੂੰ ਫੇਸ ਲਿਫਟ ਕਰਕੇ, ਜਿਵੇਂ ਕੈਪਟਨ ਨੇ ਸਕੂਲਾਂ ਨੂੰ ਰੰਗ ਕਰਤਾ ਸੀਗਾ, ਤੇ ਇਹਨਾਂ ਨੇ ਉਸ ਜਿਹੜੇ ਪੁਰਾਣੇ ਉਹਨਾਂ ਦੇ ਅਕਾਲੀਆਂ ਦੇ ਸੁਵਿਧਾ ਸੈਂਟਰ ਅੱਗੇ ਮੁਹੱਲਾ ਕਲੀਨਿਕ ਲਿਖ ਦਿੱਤਾ। ਮੋਟਾ ਸਵਾਲ ਕਰ ਲੈਣਾ, ਕੀ ਲੱਗਦਾ ਕਿ ਜਿਹੜੀ ਆਮ ਆਦਮੀ ਪਾਰਟੀ, ਜਿਹੜਾ ਸਿੱਧਾ ਮੇਰਾ ਸਵਾਲ ਤੇ ਮੈਂ ਉਹਨਾਂ ਜਿਹੜਾ ਮਕਸਦ ਹੈ, ਲੱਗਦਾ ਕਿ ਆਮ ਆਦਮੀ ਪਾਰਟੀ ਜਿਹੜੀ ਭਾਜਪਾ ਨੂੰ ਫਾਇਦਾ ਪਹੁੰਚਾਉਣ ਵਾਸਤੇ ਬਣਾਈ ਗਈ, ਕ੍ਰੀਏਟ ਕੀਤੀ ਗਈ ਹੈ? ਨਹੀਂ ਜੀ, ਦੇਖੋ 92 ਬੰਦਿਆਂ ਦਾ ਮੈਂਡੇਟ ਸੀਗਾ ਤੇ ਭਗਵੰਤ ਮਾਨ ਜੇ CM ਲੋਕਾਂ ਨੇ ਫੇਸ ਬਣਾਇਆ ਸੀਗਾ, ਠੀਕ ਹੈ। ਉਹ ਜੇ ਪੰਜਾਬ ਦੇ ਭਲੇ ਵਾਸਤੇ ਕੰਮ ਕਰਦੇ ਤਾਂ ਸਭ ਕੁਝ ਕੀਤਾ ਜਾ ਸਕਦਾ ਜੀ। ਇਸ ਤੋਂ ਵੱਡਾ ਕਦੇ ਬਹੁਮਤ ਕਿਸੇ ਨੂੰ ਮਿਲਿਆ ਨਹੀਂ ਹੈਗਾ। ਤੇ ਜੇ ਦਿੱਲੀ ਦੀ ਗੁਲਾਮੀ ਕਰਨੀ ਹੈ, ਤੇ ਜੇ ਦਿੱਲੀ ਵਾਲੇ ਨੇ ਬਾਗਾਂ BJP ਦੀ ਕਰਨੀ ਹੋਈ, ਤਾਂ ਹੋ ਸਕਦਾ ਇਹ ਪੋਸੀਬਿਲਿਟੀ ਹੋਵੇ। ਆਮ ਤੌਰ ਤੇ ਕਿਹਾ ਜਾਂਦਾ ਕਿ B ਟੀਮ ਹੈ, ਠੀਕ ਹੈ। ਤੇ ਉਹ ਜਨਰਲ ਆਬਜ਼ਰਵੇਸ਼ਨ ਤਾਂ ਸਾਡੇ ਲੋਕਾਂ ਦੀ ਵੀ ਹੈਗੀ ਹੈ। ਉਹ ਇਹ ਹੋਣਾ ਕੀ ਹੋਣਾ ਬਾਅਦ ਦੀ ਗੱਲ ਹੈ। ਕੇਜਰੀਵਾਲ ਜਿਹੜਾ ਹੈਗਾ, ਉਹਦਾ ਜਿਹੜਾ ਮੋਟਿਵ ਹੈਗਾ ਗਾ ਕਿ PM ਬਣਨਾ ਉਹਨੇ, ਜਾਂ ਕੋਈ ਹੋਰ ਜਿਹੜਾ ਹੈਗਾ ਇਹਦੇ ਪਿੱਛੇ ਲੁਕੇ ਹੋਏ ਆ, ਉਹ ਆਉਣੀ ਚੀਜ਼ਾਂ ਦਿਨਾਂ 'ਚ ਬਹੁਤ ਚੀਜ਼ਾਂ ਸਾਹਮਣੇ ਆਉਣਗੀਆਂ। ਪਰ ਅੱਜ ਦੀ ਡੇਟ ਵਿੱਚ ਘੱਟੋ ਘੱਟ ਇਹ ਕਿਸੇ ਦਾ ਬੈਨੀਫਿਟ ਕਰ ਰਹੇ ਹੁਣ BJP ਦਾ, ਜਾਂ ਕੁਛ ਉਹ ਬਾਅਦ ਦੀ ਗੱਲ ਹੈ। ਪੰਜਾਬ ਦਾ ਬੇੜਾ ਗਰਕ ਜਿਹੜਾ ਕਰਨ ਦੇ ਵਿੱਚ ਪੂਰੇ ਦਾ ਪੂਰਾ ਯੋਗਦਾਨ ਪਾਇਆ ਜਾ ਰਿਹਾ। ਤੁਸੀਂ ਲੰਬਾ ਸਮਾਂ ਪੁਲਿਸ 'ਚ ਕੰਮ ਕੀਤਾ, ਕਿ ਸਟੇਟ ਕੋਲ ਪਾਵਰ ਨਹੀਂ ਹੈਗੀ ਜਿਸ ਹਿਸਾਬ ਨਾਲ ਅੰਮ੍ਰਿਤਪਾਲ ਵਰਗੇ ਬਿਆਨ ਦੇ ਰਹੇ ਪੰਜਾਬ ਦੇ ਖਿਲਾਫ, ਜਾਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਗੱਲਾਂ ਹੋ ਰਹੀਆਂ ਹੈਗੀਆਂ, ਜਾਂ ਪੰਜਾਬ ਦੇ ਵਿੱਚ ਗੈਂਗਸਟਰਵਾਦ ਜਿਵੇਂ ਵੱਧ ਰਿਹਾ ਹੈਗਾ, ਕਿ ਸਟੇਟ ਕੋਲ ਪਾਵਰ ਨਹੀਂ ਹੈਗੀ ਕਿ ਇਸ 'ਤੇ ਕੰਟਰੋਲ ਕੀਤਾ ਜਾ? ਮੈਂ ਇਸੇ ਗੱਲਬਾਤ 'ਚ ਦੱਸਿਆ ਤੁਹਾਨੂੰ ਕਿ ਕੁਝ ਚੀਜ਼ਾਂ ਜਿਹੜੀਆਂ ਹੁੰਦੀਆਂ ਸਟੇਟ ਨੂੰ ਹੁਕਮ ਨਹੀਂ ਹੁੰਦਾ ਕਰਨ ਦਾ, ਤੇ ਪਾਵਰ ਤਾਂ ਹੀ ਹੁੰਦੀ ਜੇ ਹੁਕਮ ਹੋਵੇ। ਤਾਂ ਹੁਕਮ ਕਿਤੋਂ ਹੋਰ ਆਉਣਾ, ਤੇ ਹੁਕਮ ਨਹੀਂ ਹੈਗਾ ਮੇਰੇ ਖਿਆਲ 'ਚ। ਤੁਹਾਡੇ ਵੀ ਸਾਹਮਣੇ ਸਾਰਾ ਕੁਝ ਕੁਝ ਚੀਜ਼ਾਂ ਜਿਹੜੀਆਂ ਹੁੰਦੀਆਂ ਉੱਤੇ ਕੁਐਸਚਨ ਚਿੰਨ੍ਹ ਵੀ ਬਣਨੇ ਜ਼ਰੂਰੀ ਰਹਿੰਦੇ ਹੁੰਦੇ ਆ। ਪਤਾ ਹੁੰਦਾ ਹੁਕਮ ਕਿੱਥੋਂ ਆਉਣੇ। ਜੇ ਹੁਕਮ ਤੁਹਾਨੂੰ ਮਤਲਬ ਤੁਹਾਡੇ ਕੋਲ ਸਾਰੀ ਅਥਾਰਟੀ ਹੈ, ਤੁਸੀਂ ਨਹੀਂ ਕਰ ਰਹੇ, ਤਾਂ ਫਿਰ ਕਿਸੇ ਦਾ ਹੁਕਮ ਤਾਂ ਵਜਾ ਹੀ ਰਹੇ ਆ। ਲੱਗ ਜੂਗਾ ਪਤਾ ਆਉਣ ਵਾਲੇ ਸਮੇਂ 'ਚ ਕਿਹਦੇ ਹੁਕਮ ਹੈ। ਕੁਝ ਚੀਜ਼ਾਂ ਅਜੇ ਆਉਣ ਵਾਲੇ ਸਮੇਂ 'ਚ ਕਲੀਅਰ ਹੋਣਗੀਆਂ। ਸਿੱਖ ਸਾਹਿਬ, ਕੋਈ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੱਡੀ ਕਾਰਵਾਈ ਕਰਨ ਜਾ ਰਹੇ ਤੁਸੀਂ? ਕੋਈ ਮੋਰਚਾ ਚੱਕਣ ਜਾ ਰਹੇ ਹੋ? ਮੈਂ ਪਹਿਲਾਂ ਕੋਈ ਵੱਡੀ ਕਾਰਵਾਈ ਨਹੀਂ ਕੀਤੀ। ਮੈਂ ਰੂਟੀਨ ਦੇ ਵਿੱਚ ਜੋ ਚੱਲਦਾ ਉਹਦੇ ਮੁਤਾਬਕ ਆਪਣੀ ਗੱਲਬਾਤ ਜਿਹੜੀ ਹੈਗੀ ਲੋਕਾਂ ਤੱਕ ਕਰਨ ਦੀ ਕੋਸ਼ਿਸ਼ ਕਰਨਾ। ਅੱਜ ਕੱਲ੍ਹ ਮੈਂ ਆਪਣੇ ਇੱਕ ਚੈਨਲ ਬਲਵਿੰਦਰ ਸੇਖੋਂ ਸਪੀਕਸ 'ਤੇ ਬੋਲ ਰਿਹਾ, ਤੇ ਉਸ ਤੇ ਜਿਹੜੇ ਹੈਗੇ ਲੋਕ ਜਿਹੜੇ ਹੈਗੇ ਕੁਝ ਚੀਜ਼ਾਂ ਆਵਾਜ਼ਾਂ ਜਿਹੜੀਆਂ ਸਾਡੀ ਨਹੀਂ ਜਾਂਦੀਆਂ ਸੀਗੀਆਂ, ਹੁਣ ਲੋਕਾਂ ਨੇ ਸੁਣਨ ਸ਼ੁਰੂ ਕਰ ਦਿੱਤੀਆਂ। ਬਹੁਤ ਕੁਝ ਹੈਗਾ ਦੱਸਣ ਵਾਸਤੇ। ਆਉਣ ਵਾਲੇ ਸਮੇਂ ਵਿੱਚ ਜਦੋਂ ਸਟਰੈਂਥਨ ਹੋਵਾਂਗੇ ਅਸੀਂ, ਪਲੀਜ਼ ਮੈਂ ਗੱਲ ਪੂਰੀ ਕਰਨਾ, ਕਿਉਂਕਿ ਜਦੋਂ ਕੁਝ ਲੋਕਾਂ ਦਾ ਜਦੋਂ ਇਸ ਜਿਹੜਾ ਹੈਗਾ ਪਲੇਟਫਾਰਮ ਹੈ ਉਹਦੇ ਤੇ ਜਦੋਂ ਕੋਈ ਇਕੱਠ ਹੋਏਗਾ, ਕੁਝ ਅੱਛੇ ਜ਼ਿਆਦਾ ਲੋਕ ਕੁਆਂਟਿਟੀ 'ਚ ਹੋਣਗੇ, ਉਦੋਂ ਫਿਰ ਦੱਸਣ ਵਾਸਤੇ ਬਹੁਤ ਕੁਝ ਚੀਜ਼ਾਂ ਹੈਗਾ, ਬਹੁਤ ਰਿਪੋਰਟਾਂ, ਬਹੁਤ ਕੁਝ ਇਹੋ ਜਿਹਾ ਸਮਾਨ ਹੈ ਜਿਹੜਾ ਲੋਕਾਂ ਦੀ ਨਿਗਰਾਨੀ ਆਉਣ ਵਾਲੇ ਸਮੇਂ 'ਚ ਅਸੀਂ ਲੈ ਕੇ ਆਵਾਂਗੇ ਜੀ। ਬਲਵਿੰਦਰ ਸਿੰਘ ਕੋਈ ਪੋਲੀਟੀਕਲ ਟੀਚਾ ਵੀ ਰੱਖਿਆ? ਫਿਲਹਾਲ ਕੋਈ ਨਹੀਂ ਹੈਗਾ ਜੀ। ਗਾਂ ਚੱਲਦੇ ਸਫ਼ਰ ਵਿੱਚ ਕੀ ਨਿਕਲਦਾ ਉਹਦੇ ਵਾਸਤੇ ਓਪਨ ਹੈ ਅਸੀਂ। ਅੱਜ ਦੀ ਡੇਟ ਵਿੱਚ ਤਾਂ ਸਿਰਫ ਅਸੀਂ ਐਕਸਪੋਜ਼ ਕਰਨਾ ਸਿਸਟਮ ਨੂੰ, ਤੇ ਜਿਹੜਾ ਹੈਗਾ ਇਹਨੂੰ ਮਤਲਬ ਜਿਹੜੀ ਚੀਜ਼ ਲੋਕਾਂ ਦੇ ਸਾਹਮਣੇ ਜਿਹੜੀ ਹੈਗੀ ਸਿਸਟਮ ਦਾ ਫੇਲਰ ਹੈ ਉਹਨੂੰ ਅੱਗੇ ਲੈ ਕੇ ਆਉਣ 'ਚ ਸਭ ਤੋਂ ਪਹਿਲਾਂ ਪੋਲੀਟੀਕਲ ਸਿਸਟਮ ਦੇ ਨਾਲ ਜ਼ਿਆਦਾ ਵਧੀਆ ਤਰੀਕੇ ਨਾਲ ਅੱਗੇ ਵਧਿਆ ਜਾ ਸਕਦਾ ਹੈ। ਬਾਅਦ ਦੀ ਗੱਲ ਹੈ। ਅੱਜ ਇਹ ਫਿਲਹਾਲ ਦੀ ਘੜੀ ਤੁਸੀਂ ਆਪਣੇ ਨਾਲ ਲੋਕਾਂ ਨੂੰ ਜੋੜ ਰਹੇ ਹੋ, ਉਸ ਤੋਂ ਬਾਅਦ ਉਸ ਉੱਪਰ ਮੈਂ ਆਪਣਾ ਕੰਮ ਕਰ ਰਿਹਾ ਜੀ। ਲੋਕਾਂ ਨੂੰ ਜੁੜਨ ਵਾਸਤੇ ਮੈਂ ਕਦੇ ਕੋਈ ਹੋਕੇ ਨਹੀਂ ਦਿੰਦਾਗਾ। ਮੈਂ ਆਪਣੀ ਗੱਲ ਦੱਸ ਰਿਹਾ। ਉਹਦੇ 'ਚ ਕਿਸੇ ਨੇ ਜੁੜਨਾ, ਕਿਸੇ ਨੂੰ ਮੈਨੂੰ ਚੰਗਾ ਲੱਗਦਾ। ਬੜੇ ਲੋਕ ਜਿਹੜੇ ਹੈਗੇ ਇਹਨਾਂ ਦੇ IT ਸੈੱਲ ਵਾਲੇ, ਕੋਈ ਹੋਰ ਜਿਹੜੇ ਇਹਨਾਂ ਦੇ ਅੰਨੀਆਂ ਜਿਹੜੇ ਭਗਤ ਹੈ, ਭੇਡਾਂ ਹੈਗੀਆਂ, ਬੜਾ ਕੁਝ ਬੋਲਦੇ, ਥੱਲੇ ਮਾੜਾ ਚੰਗਾ ਵੀ ਬੋਲਦੇ। ਮੈਂ ਉਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਕਰਦਾ। ਮੇਰਾ ਤਾਂ ਪਰਮਾਤਮਾ ਨੇ ਮੈਨੂੰ ਜੇ ਕੋਈ ਹੱਕ ਸੱਚ ਦੀ ਗੱਲ ਕਰਨ ਦੀ ਇੱਕ ਸਮਰੱਥਾ ਬਖਸ਼ੀ ਹੈ, ਤੇ ਅੱਜ ਤੱਕ ਬੋਲਿਆ ਜਾ ਰਿਹਾ, ਮੈਂ ਉਹੀ ਟਰਾਈ ਕਰ ਰਿਹਾ ਲੋਕਾਂ ਤੱਕ ਜਿਹੜਾ ਸੱਚ ਹੈ। ਸਿੱਖ ਸਾਹਿਬ, ਬੜੇ ਲੋਕਾਂ ਨੇ ਕੋਸ਼ਿਸ਼ ਕੀਤੀ, ਜਗਮੀਤ ਬਰਾੜ, ਮਨਪ੍ਰੀਤ ਬਾਦਲ, ਸੁਖਪਾਲ ਖਹਿਰਾ, ਮਤਲਬ ਆਪਣੀ ਆਪਣੀ ਆਵਾਜ਼ ਇਹਨਾਂ ਨੇ ਬੁਲੰਦ ਕੀਤੀ, ਪਰ ਬਾਅਦ 'ਚ ਕੀ ਬਣਿਆ?
ਬਾਅਦ 'ਚ ਜਾ ਕੇ ਉਹ ਸਿਆਸੀ ਧਿਰਾਂ ਦੀ ਜਾ ਕੇ ਝੋਲੀ ਚਾਪਾ ਸਿੱਧੇ ਤੌਰ ਤੇ ਕਹੀਏ ਤਾਂ ਬਹਿ ਗਏ। ਚਲੋ ਇਹ ਤਾਂ ਫਿਰ ਅਜੇ ਕੁਐਸਚਨ ਹੈ ਨਾ, ਇਹਦੇ ਬਾਰੇ ਤਾਂ ਅਜੇ ਤੱਕ ਤਾਂ ਮਤਲਬ 4 ਸਾਲ ਹੋ ਗਏ ਹੈ ਤੇ 4 ਸਾਲਾਂ ਜੋ ਪਿੱਛੇ ਇਲੈਕਸ਼ਨ ਵੀ ਟੱਪ ਕੇ ਗਏ ਹੈ ਤੇ ਕੁਝ ਚੀਜ਼ਾਂ ਦੇ ਵਿੱਚੋਂ ਬਾਹਰ ਨਿਕਲੇ ਹੀ ਨਾ ਅਸੀਂ। ਆਇਆ ਸੀ ਕੋਈ ਆਫਰ? ਮੈਂ ਕਿਹਾ ਜੇ ਮੇਰੇ ਕੋਲ ਆਇਆ ਹੋਵੇ ਜਾਂ ਨਾ ਆਇਆ ਹੋਵੇ, ਜੇ ਮੈਂ ਨਹੀਂ ਹੈਗਾ ਤਾਂ ਫਿਰ ਮੈਂ ਬਾਹਰ ਹਾਂ, ਬਸ ਦੈਟਸ ਆਲ। ਆਉਣ ਨੂੰ ਕੀ ਹੁੰਦਾ, ਸਭ ਕੁਝ ਜਦੋਂ ਤੁਸੀਂ ਐਸੀ ਸੰਘਰਸ਼ ਕਰਦੇ ਸਭ ਚੀਜ਼ਾਂ ਹੁੰਦੀਆਂ। ਚਰਚਾਵਾਂ ਸੀ ਕਿ ਆਮ ਆਦਮੀ ਪਾਰਟੀ ਨਾਲ ਕੋਈ ਗੱਲ ਨਹੀਂ, ਕੋਈ ਜਦੋਂ ਚੱਲੀ ਸੀ ਕਿਉਂ ਨਹੀਂ ਆਏ ਸੀ, ਸਭ ਕੁਝ ਹੋਇਆ ਸੀ, ਪਰ ਨਹੀਂ ਜਦੋਂ ਅਸੀਂ ਜੇ ਕਿ ਸਾਡਾ ਹੋਰ ਹੈ ਮਤਲਬ ਮੋਟਿਵ ਲੋਕਾਂ ਨੂੰ ਜਗਾਉਣਾ ਤੇ ਇਹਨਾਂ ਦਾ ਤਾਂ ਲੋਕਾਂ ਨੂੰ ਠੱਗਣਾ, ਫਿਰ ਦੋ ਗੱਲਾਂ ਇਕੱਠੀਆਂ ਚੱਲ। ਮਤਲਬ ਤੁਹਾਨੂੰ ਉਦੋਂ ਪਤਾ ਸੀ, ਕਲੀਅਰ ਸੀ ਕਿ ਆਮ ਆਦਮੀ ਪਾਰਟੀ? ਬਿਲਕੁਲ ਪਹਿਲਾਂ ਕਿਹਾ ਸੀਗਾ, ਜਦੋਂ ਇਹ ਇਲੈਕਸ਼ਨ ਵੀ ਨਹੀਂ ਹੋਈ ਸੀ ਉਦੋਂ ਵੀ ਬਹੁਤ ਵਾਰੀ ਕਿਹਾ ਸੀਗਾ ਕਿ ਇਹ ਉਹੀ ਕਰਨਗੇ, ਪਰ ਸਾਡੇ ਕੋਲ ਚਾਰਾ ਵੀ ਕੋਈ ਨਹੀਂ ਸੀ। ਇਹ ਵੀ ਕਿਹਾ ਸੀ ਕਿ ਵੋਟ ਜਿਹੜੀ ਹੈਗੀ ਹੈ ਬੇਸ਼ੱਕ ਬਾਈ ਡਿਫਾਲਟ ਇਹਨਾਂ ਨੂੰ ਪੈਂਦੀ ਪਵੇ, ਪਰ ਘੱਟੋ ਘੱਟ 2 ਰਵਾਇਤੀ ਪਾਰਟੀਆਂ ਦਾ ਪਾਸੇ ਹੋਣ। ਇਹ ਵੀ ਪਤਾ ਸੀ ਇਹ ਕਰਨਗੇ, ਪਰ ਸਾਡੇ ਕੋਲ ਹੋਰ ਹੱਲ ਵੀ ਕੋਈ ਨਹੀਂ ਸੀ ਪੰਜਾਬੀ। ਇਸੇ ਕਰਕੇ ਆਮ ਆਦਮੀ ਪਾਰਟੀ ਨੂੰ ਸੱਤਾ ਦਿੱਤੇ ਦੇ ਵਿੱਚ ਬਿਲਕੁਲ ਇਸੇ ਕਰ ਬਾਈ ਡਿਫਾਲਟ ਆਏ। ਠੀਕ ਹੈ। ਤਾਂ ਡੀਐਸਪੀ ਬਲਵਿੰਦਰ ਸੇਖੋਂ ਨਾਲ, ਸਾਬਕਾ ਡੀਐਸਪੀ ਬਲਵਿੰਦਰ ਸੇਖੋਂ ਦੇ ਨਾਲ ਗੱਲਬਾਤ ਕੀਤੀ, ਸਿੱਧੇ ਤੌਰ ਤੇ ਪੰਜਾਬ ਨੂੰ ਲੈ ਕੇ ਚਰਚਾ ਹੋਈ ਤੇ ਉਹਨਾਂ ਨੇ ਵਿਚਾਰ ਪੰਜਾਬ ਦੇ ਲੋਕਾਂ ਦੇ ਸਾਹਮਣੇ ਰੱਖੇ। ਕੈਮਰਾ ਪਰਸਨ ਪ੍ਰੀਤਮ ਦੇ ਨਾਲ ਆਸ਼ੂ ਅਨੇਜਾ, ਲਿਬਰਲ ਟੀਵੀ, ਚੰਡੀਗੜ੍ਹ।